पर जिहड़ी खेती की समस्या वो बहुत बड़ी समस्या है, कल्ले कानूनी दा पेचां नालों खत्म होने वाली नहीं। पंजाब की बदकिस्मती कह लो या पंजाब सरकार की कमजोरी कह लो, पंजाब ने अपने वालों कदे एक दाना भी किसी फसल का नहीं खरीदिया। देश वासियों तो माफी मंग ली है प्रधानमंत्री मोदी ने, किसानों तो नहीं मंगी कि साडा किसान कहता कि खेत में जो करवा लो मंडी में जाण नूं ना कहो। मैं कहना जे तुसीं 6 महीने मेहनत करके पैदा करते हो कुछ, उन्होंने सुट्टण क्यों जाने, उन्होंने बेचण जाओ, उसकी मार्केटिंग करन जाओ। झोने ते कणक की खेती करके तुसीं ज़्यादा पैसा नहीं कमा सकते। साडी सरकार क्यों सानू साडे अखां दे उत्ते पर्दा पा के रखदी है। पंजाब दे विच तां 4.5 साल हो गए जी कोई एग्रीकल्चर पॉलिसी नहीं बनी हजे तक। ਜਿਹੜੇ ਅਸੀਂ ਮਾਡਲ ਖੇਤੀ ਦੇ ਆਜ਼ਾਦ ਕਰੀਏ ਜਿਨ੍ਹਾਂ ਨਾਲ ਕਿਸਾਨ ਆਪਣੀ ਰੋਜੀ ਰੋਟੀ ਵਧੀਆ ਤਰੀਕੇ ਨਾਲ ਕਮਾ ਸਕੇ, ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਸਰਕਾਰ ਦੀ ਮਦਦ ਉਹਨਾਂ ਨੂੰ ਦਿੱਤੀ ਜਾਵੇ। ਹਰ ਇੱਕ ਨੂੰ ਮਦਦ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਸਰਕਾਰ ਕੋਲ ਇੰਨਾ ਪੈਸਾ ਨਹੀਂ ਕਿ ਸਭ ਨੂੰ ਫ੍ਰੀ ਵੰਡੀ ਜਾਵੇ। ਤੁਸੀਂ ਇਹ ਕਿਵੇਂ ਕਹਿ ਸਕਦੇ ਜਿਹੜੇ ਕੋਈ 5 ਟਿਊਬਵੈੱਲ ਨੇ, ਸਾਰੇ 5 ਟਿਊਬਵੈੱਲ ਉਹਦੇ ਫ੍ਰੀ ਚੱਲਦੇ ਨੇ, ਕਿੱਲੇ ਕਿੱਲੇ ਤੇ ਲੋਕਾਂ ਨੇ ਟਿਊਬਵੈੱਲ ਲਾ ਰੱਖੇ ਨੇ ਕਈ ਵੱਡਿਆਂ ਨੇ। ਤਾਂ ਕਿ ਪ੍ਰਾਈਵੇਟ ਸੈਕਟਰ ਨੇ ਕਦੇ ਵਾਅਦਾ ਨਹੀਂ ਕੀਤਾ ਕਿ ਅਸੀਂ ਤੁਹਾਨੂੰ MSP ਦੇਵਾਂਗੇ। ਇਹ ਵਾਅਦਾ ਸਰਕਾਰ ਦਾ ਹੈ ਤੇ ਕਿਸਾਨਾਂ ਦੀਆਂ ਯੂਨੀਅਨ ਨੂੰ ਸਰਕਾਰ ਤੋਂ ਪੂਰਾ ਕਰਵਾਉਣਾ ਚਾਹੀਦਾ ਹੈ। ਇਹੋ ਜਿਹਾ ਕੋਈ ਖਿੱਤਾ ਨਹੀਂ ਦੁਨੀਆ ਦਾ ਜਿੱਥੇ ਕਿਸਾਨ ਨੂੰ ਇਸ ਤਰ੍ਹਾਂ ਦਾ ਜੋਖਮ ਨਾ ਝੱਲਣਾ ਪੈਂਦਾ ਹੋਵੇ। ਘੱਟੋ ਘੱਟ 25 ਤੋਂ 30% ਜਿਹੜੀ ਪੈਸਟੀਸਾਈਡ ਵਿਕਦੀ ਹੈ ਦੇਸ਼ ਦੇ ਵਿੱਚ ਉਹ ਜਾਲੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਐਲਾਨ ਕੀਤਾ ਕੱਲ, ਉਹਦੇ ਬਾਰੇ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ IIM ਦੇ ਪ੍ਰੋਫੈਸਰ ਡਾਕਟਰ ਸੁਖਪਾਲ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਖੇਤੀਬਾੜੀ ਮਾਹਿਰ ਵੀ ਨੇ ਤੇ ਪੰਜਾਬ ਦੀ ਸਮਝ ਰੱਖਦੇ ਨੇ ਖੇਤੀ ਬਾਰੇ। ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਵਿਦਿਅਕ ਸਥਾਨ ਹੈ IIM ਅਹਿਮਦਾਬਾਦ, ਉਹਦੇ ਵਿੱਚ ਉਹ ਪੜ੍ਹਾਉਂਦੇ ਨੇ ਤੇ ਉਹਨਾਂ ਦਾ ਬੜਾ ਲੰਬਾ ਤਜਰਬਾ ਹੈ ਖੇਤੀਬਾੜੀ ਸੈਕਟਰ ਦੇ ਵਿੱਚ। ਉਹਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਰਿਸਰਚ ਕੀਤੀ ਹੈ। ਕਿਸਾਨ ਖੁਦਕੁਸ਼ੀਆਂ ਦਾ ਮਸਲਾ ਹੋਵੇ ਤੇ ਜਾਂ ਕਿਸਾਨੀ ਸੰਕਟ ਦਾ ਮਸਲਾ ਹੋਵੇ, ਉਹਨਾਂ ਨੇ ਕਾਫੀ ਉਹਦੇ ਉੱਤੇ ਰਿਸਰਚ ਕੀਤੀ ਹੈ ਤੇ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਉਹਦੀ ਸਮਝ ਰੱਖਦੇ ਨੇ ਉਹ। ਤੇ ਸਾਡੇ ਨਾਲ ਜੁੜ ਚੁੱਕੇ ਨੇ IIM ਅਹਿਮਦਾਬਾਦ ਤੋਂ ਡਾਕਟਰ ਸੁਖਪਾਲ ਸਿੰਘ ਜੀ। ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਡਾਕਟਰ ਸਾਹਿਬ, ਜਿਵੇਂ ਕਿ ਮੋਦੀ ਸਰਕਾਰ ਹੁਣ ਥੋੜੀ ਜਿਹੀ ਟਸ ਤੋਂ ਮਸ ਹੋਈ ਆ, 11 ਮਹੀਨੇ ਦੇ ਲੰਬੇ ਸੰਘਰਸ਼ ਤੋਂ ਬਾਅਦ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਸੀਗਾ ਤੇ 750-800 ਦੇ ਕਰੀਬ ਕਿਸਾਨ ਜਿਹੜੇ ਪੰਜਾਬ ਦੇ ਸ਼ਹੀਦ ਹੋਏ ਨੇ, ਕੁਰਬਾਨੀਆਂ ਦੇ ਕੇ ਇਹ ਅੰਦੋਲਨ ਜਿਹੜਾ ਹੈਗਾ ਉਹ ਫਤਿਹ ਕਰਨ ਜਾ ਰਹੇ ਨੇ ਕਿਸਾਨ। ਪਰ ਹਜੇ ਵੀ ਸਰਕਾਰ ਦੀ ਕਹਿਣੀ ਤੇ ਕਥਨੀ ਦੇ ਵਿੱਚ ਜਿਹੜਾ ਫਰਕ ਹੈ ਉਹਦੇ ਉੱਤੇ ਕਿਸਾਨ ਹਜੇ ਵਿਸ਼ਵਾਸ ਨਹੀਂ ਕਰ ਪਾ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਸਰਕਾਰ ਰੱਦ ਨਹੀਂ ਕਰ ਦਿੰਦੀ ਲਿਆ ਕੇ, ਉਦੋਂ ਤੱਕ ਉਹਨਾਂ ਦਾ ਸੰਘਰਸ਼ ਆ ਉਹ ਜਾਰੀ ਰਹੂਗਾ। MSP ਦੀ ਗਰੰਟੀ ਜਿੰਨਾ ਚਿਰ ਸਰਕਾਰ ਉਹਦੇ ਉੱਤੇ ਕਾਨੂੰਨ ਨਹੀਂ ਬਣਾਉਂਦੀ। ਇਹ ਸਾਰੇ ਦੇ ਵਿਸ਼ੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕੀਤਾ ਜਾਣਾ ਤੇ ਖੇਤੀ ਕਾਨੂੰਨਾਂ ਦਾ ਹੁਣ ਜਿਹੜਾ ਇਹ ਮਸਲਾ ਕਿਵੇਂ ਨਿਬੜੂਗਾ ਜੀ ਅਖੀਰ ਤੇ ਜਾ ਕੇ? ਦੇਖੋ, ਪਿਛਲੇ ਵਾਰੀ ਵੀ ਆਪਾਂ ਨਿਰਮਲ ਗੱਲ ਕੀਤੀ ਸੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ। ਦੇਖੋ, ਇਹ ਬਹੁਤ ਵੱਡੀ ਡਿਵੈਲਪਮੈਂਟ ਹੈ ਕਿ ਤਿੰਨੇ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨੇ ਵਾਪਸ ਲੈਣ ਦਾ ਜਿਹੜਾ ਫੈਸਲਾ ਸੁਣਾਇਆ ਹੈ, ਉਹਦੀ ਚਲੋ ਪ੍ਰਕਿਰਿਆ ਅਜੇ ਬਾਕੀ ਹੈ ਪਾਰਲੀਮੈਂਟ ਵਾਲੀ, ਪਰ ਇਹ ਬਹੁਤ ਵੱਡੀ ਇੱਕ ਜਿਹੜੀ ਡਿਮਾਂਡ ਸੀ, ਕਿਸਾਨਾਂ ਦੀ ਮੰਗ ਸੀਗੀ, ਤੇ ਉਹਦੇ ਵੱਲ ਉਹਨੂੰ ਪੂਰਾ ਕਰਨ ਵੱਲ ਇੱਕ ਬਹੁਤ ਵੱਡਾ ਕਦਮ ਹੈ। ਤੇ ਆਪਾਂ ਤਾਂ ਗੱਲ ਕਰ ਰਹੇ ਸੀ ਸ਼ਾਇਦ ਕਿ ਚਲੋ ਸੁਧਾਰ ਹੋਣ, ਜਾਏ ਇੱਧਰ ਉੱਧਰ ਹੋਵੇ, ਨੈਗੋਸ਼ੀਏਸ਼ਨ ਹੋਵੇ, ਗੱਲਬਾਤ ਹੋਵੇ ਸਰਕਾਰ ਨਾਲ, ਪਰ ਸਰਕਾਰ ਨੇ ਇੱਕ ਤਰਫਾ ਜਦੋਂ ਐਲਾਨ ਕਰਤਾ ਕਿ ਅਸੀਂ ਇਹਨਾਂ ਕਾਨੂੰਨ ਨੂੰ ਵਾਪਸ ਲੈ ਰਹੇ ਹਾਂ, ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿਸਾਨ ਸੰਘਰਸ਼ ਦੀ ਤੇ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਮੈਸੇਜ ਹੈ। ਦੂਜਾ ਮੁੱਦਾ ਜਿਹੜਾ ਕਿਸਾਨ ਨਾਲ ਲੈ ਕੇ ਆਏ ਸੀ ਉਹ ਹੈ ਮਿਨੀਮਮ ਪ੍ਰਾਈਸ, ਸਪੋਰਟ ਪ੍ਰਾਈਸ ਦਾ, MSP ਦਾ ਘੱਟੋ ਘੱਟ ਕੀਮਤ ਜਿਹੜੀ ਕਿਸਾਨ ਨੂੰ ਉਹਦੇ ਮਾਲ ਲਈ ਮਿਲਣੀ ਚਾਹੀਦੀ ਹੈ। ਇਹ ਹਾਲਾਂਕਿ ਸਰਕਾਰ ਦਾ ਪਾਲਿਸੀ ਦਾ ਇੱਕ ਸਟੈਪ ਹੈ, ਇਹ ਬਹੁਤ 40-50 ਸਾਲਾਂ ਤੋਂ ਚੱਲਦਾ ਆਇਆ, ਜਿਹਦੇ ਸਰਕਾਰ 23-24 ਫਸਲਾਂ ਦੀ ਕੀਮਤ ਹਰ ਸੀਜ਼ਨ ਤੋਂ ਪਹਿਲਾਂ, ਹਾੜੀ ਸੌਣੀ ਤੋਂ ਪਹਿਲਾਂ 12-13, ਹਾੜੀ ਸੌਣੀ 'ਚ 12-13, ਹਾੜੀ 'ਚ 12-13, ਸੌਣੀ 'ਚ
ਉਹ ਅਨਾਉਂਸ ਕਰਦੀ ਹੈ ਤੇ ਉਹਦੇ ਬੇਸਿਸ ਤੇ ਸਰਕਾਰ ਫਿਰ ਪ੍ਰੋਕਿਉਰ ਕਰਦੀ ਹੈ, ਖਰੀਦਦੀ ਹੈ ਕਿਸਾਨਾਂ ਦਾ ਅਨਾਜ। ਪਰ ਆਪਾਂ ਨੂੰ ਪਤਾ ਹੈ ਕਿ ਕੁਝ ਫਸਲਾਂ ਵਿੱਚ ਹੀ, ਕੁਝ ਰਾਜਾਂ ਵਿੱਚ ਹੀ, ਕੁਝ ਮੰਡੀਆਂ ਵਿੱਚ ਹੀ ਇਹਦੀ ਖਰੀਦ ਹੁੰਦੀ ਹੈ ਕੁਝ ਸਮੇਂ ਲਈ। ਤਾਂ ਕਿਸਾਨਾਂ ਨੂੰ ਜਦੋਂ ਨਵੇਂ ਕਾਨੂੰਨ ਆਏ ਸੀਗਾ ਕਿ ਸ਼ਾਇਦ ਕਾਨੂੰਨਾਂ ਦੇ ਮੰਡੀ ਖੁੱਲਣ ਕਰਕੇ ਸਰਕਾਰ ਵੀ ਸ਼ਾਇਦ ਜਿਹੜੀ ਪ੍ਰੋਕਿਉਰਮੈਂਟ ਹੈ ਤੋਂ ਪੱਲਾ ਛਡਾਉਣ ਦੇ ਚੱਕਰ 'ਚ ਹੋਵੇ, ਕਿਉਂਕਿ ਪ੍ਰਾਈਵੇਟ ਮੰਡੀਆਂ ਆਉਣਗੀਆਂ, ਪ੍ਰਾਈਵੇਟ ਮੰਡੀਆਂ ਦੇ ਵਪਾਰੀ ਖਰੀਦਣਗੇ। ਤੇ ਕਿਸਾਨਾਂ ਨੂੰ ਇਹ ਸੀ ਕਿ ਨਵੇਂ ਕਾਨੂੰਨ ਆਉਣ ਨਾਲ MSP ਨੂੰ ਧੱਕਾ ਲੱਗ ਸਕਦਾ ਹੈ, ਕਿਉਂਕਿ ਮੰਡੀਆਂ ਤੋਂ ਬਾਹਰ ਜਿਹੜਾ ਨਵਾਂ ਟ੍ਰੇਡ ਏਰੀਆ ਬਣ ਰਿਹਾ ਸੀ ਉਹਦੇ ਕਰਕੇ ਕਿਸਾਨ ਚਿੰਤਤ ਸੀ ਕਿ ਸਾਨੂੰ ਸਾਡੀ ਫਸਲ ਦੀ ਖਰੀਦ ਦਾ ਭਰੋਸਾ ਦਿੱਤਾ ਜਾਵੇ। ਤਾਂ ਉਹ ਜਿਹੜੀ MSP ਦੀ ਗੱਲ ਹੈ ਉਹ ਅਜੇ ਵੀ ਬਾਕੀ ਹੈ ਤੇ ਆਪਾਂ ਉਹ ਤੇ ਗੱਲ ਕਰਾਂਗੇ ਜੇ ਤੁਸੀਂ ਹੋਰ। ਡਾਕਟਰ ਸਾਹਿਬ, MSP ਦਾ ਜਿਹੜਾ ਮੁੱਦਾ ਹੈਗਾ ਇਹ ਬੇਸਿਕਲੀ ਇਹਨੂੰ ਡਿਟੇਲ ਦੇ ਵਿੱਚ ਹੀ ਸਮਝਣਾ ਚਾਹੁੰਦੇ ਆ ਸਾਡੇ ਪੰਜਾਬ ਦੇ ਤੇ ਦੇਸ਼ ਦੁਨੀਆ ਦੇ ਵਿੱਚ ਵਸਦੇ ਪੰਜਾਬੀ, ਵੀ ਇਸ ਤੋਂ ਕਿਸ ਤਰ੍ਹਾਂ ਹੱਲ ਹੋਊਗਾ ਜੀ? ਇਹ ਦੇਖੋ, ਇਹਦੇ 'ਚ ਇਹ ਹੈ ਕਿ ਹਜੇ ਤੱਕ ਇਹ ਇੱਕ ਪਾਲਿਸੀ ਜਾਂ ਨੀਤੀ ਦਾ ਮੁੱਦਾ ਸੀਗਾ ਕਿ ਸਰਕਾਰ ਆਪਣੇ PDS ਦੇ ਸਿਸਟਮ ਨੂੰ ਫੀਡ ਕਰਨ ਲਈ ਜਿਹੜਾ ਆਪਣਾ ਗਰੀਬ ਲੋਕਾਂ ਨੂੰ ਅਨਾਜ ਦਿੱਤਾ ਜਾਂਦਾ ਸਸਤੇ ਰੇਟ ਤੇ, ਉਹਦੇ ਕਰਕੇ ਸਰਕਾਰ ਆਮ ਤੌਰ 'ਤੇ ਕਣਕ ਤੇ ਚੌਲ ਖਰੀਦਦੀ ਸੀ। ਤੇ ਆਮ ਕਰਕੇ ਉਹ 2-3 ਸਟੇਟਾਂ 4 ਸਟੇਟਾਂ ਦੇ ਵਿੱਚੋਂ ਜ਼ਿਆਦਾ ਖਰੀਦਿਆ ਜਾਂਦਾ ਸੀ, ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ। ਤੇ ਉਹਦੇ ਨਾਲ ਕਿਸਾਨ ਨੂੰ ਪੰਜਾਬ ਵਰਗੇ, ਹਰਿਆਣਾ ਵਰਗੇ ਰਾਜ ਦੇ ਵਿੱਚ ਇਹ ਸੀਗਾ ਕਿ ਸਾਰੀ ਫਸਲ ਲਗਭਗ ਉਸ ਕੀਮਤ ਤੇ ਵਿਕ ਜਾਂਦੀ ਸੀ। ਤੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਫਸਲਾਂ ਤੇ ਸਰਕਾਰ ਅਨਾਉਂਸ ਕਰਦੀ ਹੈ, ਉਹ ਸੱਚ ਵੀ ਹੈ, ਉਸ ਦੀ ਜਿਹੜੀ ਖਰੀਦ ਸਰਕਾਰ ਨਹੀਂ ਕਰਦੀ, ਸਿਰਫ ਅਨਾਉਂਸ ਕਰਕੇ ਛੱਡ ਦਿੰਦੀ ਹੈ। ਤੇ ਇਹ ਜਿਹੜਾ ਇਹਨੂੰ ਕਾਨੂੰਨੀ ਦਰਜਾ ਦੇਣ ਦਾ ਕਿਸਾਨਾਂ ਨੇ ਮੰਗ ਰੱਖੀ ਹੈ। ਇਹ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਨੂੰ ਕਿ ਇਹ ਜਿਹੜਾ ਮੁੱਦਾ ਕਾਨੂੰਨੀ ਮਾਨਤਾ ਦੇਣ ਦਾ ਆਇਆ ਹੈ, ਇਹ ਸਰਕਾਰ ਦੇ ਕਾਗਜ਼ਾਂ ਵਿੱਚੋਂ ਹੀ ਆਇਆ ਹੈ। ਚਾਹੇ ਤੁਸੀਂ CACP ਜਿਹੜਾ ਆਪਣਾ ਖੇਤੀ ਲਾਗਤ ਕਮਿਸ਼ਨ ਹੈ ਉਹਦੀਆਂ ਰਿਪੋਰਟਾਂ ਦੇਖੋ, ਚਾਹੇ ਤੁਸੀਂ ਨੀਤੀ ਆਯੋਗ ਦੀਆਂ ਰਿਪੋਰਟਾਂ ਦੇਖੋ, ਚਾਹੇ ਦਲਵਾਈ ਕਮੇਟੀ ਦੀਆਂ ਰਿਪੋਰਟਾਂ ਦੇਖੋ, ਉਹਨਾਂ ਵਿੱਚ ਵੀ ਇਹ ਚੀਜ਼ ਨੂੰ ਇਸ਼ਾਰਾ ਦਿੱਤਾ ਗਿਆ ਕਿ ਸਰਕਾਰ ਕਿਸਾਨਾਂ ਨੂੰ ਇਹ ਭਰੋਸਾ ਦੇਣ ਲਈ ਕਿ ਉਹਨਾਂ ਦੀ ਫਸਲ ਦੀ ਜਿਹੜੀ ਕੀਮਤ ਸਹੀ ਮਿਲਦੀ ਰਹੂਗੀ, ਇਸ ਨੂੰ ਕਾਨੂੰਨੀ ਮਾਨਤਾ ਦੇਵੇ। ਸੋ ਸਿਰਫ ਕਿਸਾਨਾਂ ਦੀਆਂ ਜਥੇਬੰਦੀਆਂ ਹੀ ਨਹੀਂ, ਸਰਕਾਰ ਦੇ ਕਈ ਅਦਾਰੇ, ਸਰਕਾਰ ਦੀਆਂ ਏਜੰਸੀਆਂ ਵੀ ਇਸ ਨੂੰ ਕਾਨੂੰਨੀ ਰੂਪ ਦੇਣ ਦੇ, ਕਾਨੂੰਨੀ ਜਮਾ ਪਹਿਨਾਉਣ ਦੇ ਪੱਖ ਵਿੱਚ ਰਹੀਆਂ ਨੇ ਆਪਣੇ ਲਿਖਤੀ ਰਿਪੋਰਟਾਂ ਦੇ ਵਿੱਚ। ਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਕਹਾਂਗੇ MSP ਨੂੰ ਜਾਂ ਖਰੀਦ ਕੀਮਤ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ, ਜੋ ਕਿਸਾਨ ਮੰਗ ਕਰ ਰਹੇ ਨੇ ਕਿ ਸਾਰੀਆਂ ਫਸਲਾਂ ਹਜੇ ਤੱਕ 23-24 ਤੇ ਸਰਕਾਰ ਅਨਾਉਂਸ ਕਰਦੀ ਹੈ ਸਾਲ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ, ਤੇ ਉਸ ਜਿਵੇਂ ਪਹਿਲਾਂ ਕਿਹਾ ਮੈਂ 4-5 ਫਸਲਾਂ ਤੇ 5-7 ਸਟੇਟਾਂ ਦੇ ਵਿੱਚ ਇਹਦੀ ਖਰੀਦ ਹੁੰਦੀ ਹੈ। ਤੇ ਸਾਰੇ ਕਿਸਾਨਾਂ ਨੂੰ, ਦੇਸ਼ਦਾਰ ਨੂੰ ਸਾਰੀਆਂ ਫਸਲਾਂ ਦੇ ਜਿਹਦਾ ਫਾਇਦਾ ਨਹੀਂ ਮਿਲਦਾ। ਤਾਂ ਹੁਣ ਕਿਸਾਨ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਦੀ MSP ਅਨਾਉਂਸ ਕੀਤੀ ਜਾਵੇ ਤੇ ਉਸ MSP ਤੇ ਸਰਕਾਰ ਇਨਸ਼ੋਰ ਕਰੇ, ਇਹ ਭਰੋਸਾ ਦੇਵੇ ਕਿ ਸਾਰੇ ਕਿਸਾਨਾਂ ਦੀ ਸਾਰੀ ਫਸਲ ਉਸ ਘੱਟੋ ਘੱਟ ਖਰੀਦ ਲਿਓ ਤੋਂ ਘੱਟ ਨਹੀਂ ਵਿਕੇਗੀ। ਤਾਂ ਇਹ ਇੱਕ ਬਹੁਤ ਵੱਡਾ ਸਟੈਪ ਹੈ। ਇਹਦੀ ਚੇਂਜ ਇਹ ਹੈ ਕਿ ਦੇਖੋ, ਇੱਕ ਜਿਹੜਾ ਨੀਤੀ ਦਾ ਮੁੱਦਾ ਹੈ, ਸਰਕਾਰ ਹੋਰ ਵੀ ਬਹੁਤ ਨੀਤੀ ਦੇ ਮੁੱਦੇ ਲਿਆਉਂਦੀ ਹੈ ਜਾਂ ਨੀਤੀ ਦੇ ਕੰਮ ਕਰਦੀ ਹੈ, ਪਾਲਿਸੀ ਸਟੈਪ, ਸਕੀਮ, ਪਲਾਨ ਬਣਾਉਂਦੀ ਹੈ। ਉਹਨਾਂ ਵਿੱਚੋਂ ਇੱਕ ਹਜੇ ਤੱਕ ਇਹ ਨੀਤੀ ਦਾ ਇੱਕ ਮੁੱਦਾ ਸੀਗਾ ਜਾਂ ਇੱਕ ਸਕੀਮ ਸੀਗੀ ਸਰਕਾਰ ਦੀ MSP ਤੇ ਫਸਲਾਂ ਖਰੀਦਣ ਦੀ ਸਰਕਾਰ ਦੀਆਂ। ਹੁਣ ਜਿਹੜਾ ਆਪਾਂ ਇਹ ਸਟੈਪ ਲੈ ਰਹੇ ਹਾਂ, ਇਹਦੇ ਨਾਲ ਇਹ ਹੋ ਰਿਹਾ ਹੈ ਕਿ ਜਦੋਂ ਆਪਾਂ ਕਹਾਂਗੇ ਕਿ ਬਈ ਕੋਈ ਵੀ ਫਸਲ ਕਿਸਾਨ ਦੀ ਕਿਤੇ ਵੀ ਇੱਕ ਵੀ ਦਾਣਾ MSP ਤੋਂ ਘੱਟ ਨਹੀਂ ਖਰੀਦਿਆ ਜਾਣਾ ਚਾਹੀਦਾ। ਤਾਂ ਇਹਦੇ 'ਚ ਦੋ ਪੱਖਾਂ ਤੋਂ ਵੀ ਮੈਂ ਦੇਖਣਾ ਚਾਹੂੰਗਾ। ਇੱਕ ਤਾਂ ਇਹ ਕਿ ਜਦੋਂ ਆਪਾਂ ਕਹਿੰਦੇ ਵੀ ਕੋਈ ਵੀ ਸਰਕਾਰ ਇਹ ਭਰੋਸਾ ਦੇਵੇ ਕਿ ਕੋਈ ਵੀ ਕਿਸਾਨ ਦੀ ਫਸਲ MSP ਤੋਂ ਨੀਚੇ ਨਹੀਂ ਵਿਕੇਗੀ, ਤਾਂ ਆਪਾਂ ਇਹ ਕਹਿ ਰਹੇ ਹਾਂ ਕਿ ਕਿਸਾਨ ਤਾਂ ਇਹ ਵੀ ਕਹਿ ਰਹੇ ਨੇ ਕੋਈ ਵੀ ਖਰੀਦਦਾਰ ਕਿਸਾਨ ਦੀ ਫਸਲ ਘੱਟੋ ਘੱਟ ਖਰੀਦ ਕੀਮਤ ਤੋਂ ਨੀਚੇ ਨਾ ਖਰੀਦੇ। ਮੈਨੂੰ ਇਹ ਲੱਗਦਾ ਹੈ ਕਿ ਇਹ ਥੋੜਾ ਪਚੀਦਾ ਮਸਲਾ ਹੈ, ਕਿਉਂਕਿ ਜਦੋਂ ਸਰਕਾਰ ਮੰਡੀਆਂ ਖੋਲਣ ਵੱਲ ਚੱਲੀ ਹੋਈ ਹੈ, ਹਾਲਾਂਕਿ ਕਾਨੂੰਨ ਹੁਣ ਵਾਪਸ ਹੋ ਗਏ ਨੇ, ਫਿਰ ਵੀ ਆਪਾਂ ਦੇਖਦੇ ਹਾਂ ਕਿ ਰਾਜ ਲੈਵਲ ਤੇ, ਸਟੇਟ ਦੇ ਪੱਧਰ ਤੇ ਵੀ ਇਹ ਸਾਰੇ ਸੁਧਾਰ ਜਿਹੜੇ ਪਹਿਲੇ ਹੀ ਹੋ ਚੁੱਕੇ ਨੇ, ਚਾਹੇ ਕੰਟਰੈਕਟ ਫਾਰਮਿੰਗ ਹੋਵੇ, ਚਾਹੇ ਸਿੱਧੀ ਖਰੀਦ ਦਾ ਮਾਮਲਾ ਹੋਵੇ ਕਿਸਾਨਾਂ ਤੋਂ, ਚਾਹੇ ਪ੍ਰਾਈਵੇਟ ਮੰਡੀਆਂ ਦੀ ਗੱਲ ਹੋਵੇ। ਤਾਂ ਜਿਹੜੀ ਸਰਕਾਰ ਜਾਂ ਜਿਹੜੀਆਂ ਰਾਜ ਸਰਕਾਰਾਂ ਮੰਡੀਆਂ ਨੂੰ ਖੋਲ ਰਹੀਆਂ ਨੇ, ਉਹ ਪ੍ਰਾਈਵੇਟ ਵਪਾਰੀਆਂ ਨੂੰ ਕਿਵੇਂ ਕਹਿ ਸਕਦੀਆਂ ਕਿ ਤੁਸੀਂ ਇਦੋਂ ਘੱਟ ਨਹੀਂ ਖਰੀਦੋਗੇ? ਇਹ ਸਰਕਾਰ ਜਿਹੜੀ ਫਿਲਾਸਫੀ ਹੈ ਮੰਡੀਆਂ ਖੋਲਣ ਦੀ, ਉਹਦੇ ਹੀ ਖਿਲਾਫ ਜਾਂਦਾ ਹੈ ਜੇ ਆਪਾਂ ਇਹਨੂੰ ਕਹਾਂਗੇ ਕਿ ਹਰ ਇੱਕ ਨੂੰ MSP ਤੋਂ ਉੱਪਰ ਹੀ ਖਰੀਦਣਾ ਪਵੇਗਾ। ਹਾਲਾਂਕਿ ਇਸ ਨੂੰ ਮੈਂ ਇਹ ਵੀ ਦੱਸ ਦਿੰਦਾ ਕਿ ਮੱਧ ਪ੍ਰਦੇਸ਼ ਵਰਗੇ ਸਟੇਟ ਤੇ ਪਹਿਲਾਂ ਹੀ ਕਈ ਸਾਲਾਂ ਤੋਂ ਉਹਨਾਂ ਦੇ APMC ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਉੱਥੋਂ ਦੀ ਲੋਕਲ ਸਰਕਾਰ ਕਿਸੇ ਫਸਲ ਦੀ ਕੋਈ MSP ਅਨਾਉਂਸ ਕਰਦੀ ਹੈ ਤਾਂ ਉਸ ਮੰਡੀ ਵਿੱਚ, ਉਹਨਾਂ ਦੀਆਂ ਮੱਧ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਕੋਈ ਵੀ ਉਹ ਫਸਲ
ਜਿਹੜੀ ਤੇ ਰਾਜ ਸਰਕਾਰ ਨੇ ਕੋਈ ਕੀਮਤ ਨਿਸ਼ਚਿਤ ਕੀਤੀ ਹੈ ਉਦੋਂ ਥੱਲੇ ਉਹਦੀ ਆਕਸ਼ਨ ਉਹਦੀ ਬੋਲੀ ਸ਼ੁਰੂ ਨਹੀਂ ਹੋ ਸਕਦੀ। ਹਾਲਾਂਕਿ ਅਜੇ ਤੱਕ ਉਹਦਾ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ ਕਿਉਂਕਿ ਐਸੀ ਕੋਈ ਸਰਕਾਰ ਨੇ ਉੱਥੇ ਕੀਮਤ ਨਿਰਧਾਰਿਤ ਕੀਤੀ ਨਹੀਂ, ਪਰ ਇਹ ਕਾਨੂੰਨ ਹੈ ਉਹਨਾਂ ਦਾ, ਲਿਖਿਆ ਹੋਇਆ ਹੈ ਉਹਨਾਂ ਦੇ APMC ਐਕਟ ਦੇ ਵਿੱਚ। ਤੇ ਜੇ ਮੈਂ ਮੰਨਾਂ ਇਸ ਚੀਜ਼ ਨੂੰ ਕਿ ਬਈ ਜੇ ਆਪਾਂ ਕਹਿ ਵੀ ਲਈਏ ਕਿ ਸਰਕਾਰ ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਦੇਵੇ, ਇਹਨੂੰ ਆਪਾਂ ਦੇਖ ਸਕਦੇ ਹਾਂ ਵੀ ਕਿਸਾਨਾਂ ਦੇ ਹੱਕ ਦੇ ਪੱਖੋਂ ਕਿ ਕਿਸਾਨਾਂ ਦਾ ਅਧਿਕਾਰ ਇਹਨੂੰ ਆਪਾਂ ਮੈਂ ਇਸ ਚੀਜ਼ ਨਾਲ ਕੰਪੇਅਰ ਕਰਕੇ ਦੇਖਦਾ, ਤੁਲਨਾ ਕਰਦਾ ਕਿ ਜਿਵੇਂ ਦੇਖੋ ਮਜ਼ਦੂਰਾਂ ਨੂੰ ਸਰਕਾਰ ਨੇ ਨਰੇਗਾ ਦੀ ਸਕੀਮ ਦਿੱਤੀ ਹੈ ਕਿ ਜਿਹੜਾ ਵੀ ਮਜ਼ਦੂਰ ਕੰਮ ਚਾਹੁੰਦਾ ਹੈ ਉਹ ਸਰਕਾਰ ਕੋਲੇ ਆ ਕੇ ਰਜਿਸਟਰ ਕਰਾਵੇ ਆਪਣਾ ਨਾਂ ਤੇ ਉਹਨੂੰ 15 ਦਿਨਾਂ ਦੇ ਅੰਦਰ ਅੰਦਰ ਇਸ ਦਿਹਾੜੀ ਤੇ ਇੰਨੇ ਦਿਨ ਕੰਮ ਦਿੱਤਾ ਜਾਵੇਗਾ। ਇਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਰਾਈਟਸ ਫਰੇਮਵਰਕ, ਅਧਿਕਾਰਾਂ ਦਾ ਇੱਕ ਜਿਹੜਾ ਆਪਣਾ ਕਹਿ ਲਓ ਵੀ ਤਾਣਾ ਬਾਣਾ, ਉਹਦੇ ਮੁਤਾਬਕ ਹਰ ਬੰਦੇ ਨੂੰ ਆਪਣਾ ਇੱਕ ਰੋਜੀ ਰੋਟੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਤੇ ਕਿਸਾਨ ਦੀਆਂ ਯੂਨੀਅਨਾਂ ਇਹ ਕਹਿ ਰਹੀਆਂ ਨੇ ਕਿ ਵੀ ਜੇ ਅਗਰ ਮਜ਼ਦੂਰ ਨੂੰ ਇਹ ਅਧਿਕਾਰ ਮਿਲ ਸਕਦਾ ਹੈ, ਇਹ ਘੱਟੋ ਘੱਟ ਮਜ਼ਦੂਰੀ ਤੇ ਕੰਮ ਕਰਨ ਦਾ ਅਧਿਕਾਰ ਮੰਗ ਸਕਦਾ ਸਰਕਾਰ ਤੋਂ, ਤਾਂ ਕਿਸਾਨ ਵੀ ਘੱਟੋ ਘੱਟ ਕੀਮਤ ਦਾ ਅਧਿਕਾਰ ਕਿਉਂ ਨਹੀਂ ਮੰਗ ਸਕਦੇ ਸਰਕਾਰ ਤੋਂ? ਉੱਥੇ ਫਰਕ ਇੰਨਾ ਹੀ ਹੈ ਮੇਰਾ, ਮੈਂ ਜੇ ਆਪਾਂ ਇਹ ਲੈ ਲਈਏ ਕਿ ਹਾਂ ਕਿਸਾਨਾਂ ਨੂੰ ਵੀ ਅਧਿਕਾਰ ਹੈ ਸਰਕਾਰ ਤੋਂ ਅਧਿਕਾਰ ਮੰਗਣ ਦਾ ਕਿ ਘੱਟੋ ਘੱਟ ਕੀਮਤ ਦਾ ਮਾਲ ਵਿਕੇ। ਫਰਕ ਇੰਨਾ ਹੈ ਕਿ ਜਦੋਂ ਆਪਾਂ ਨਰੇਗਾ ਦੀ ਗੱਲ ਕਰਦੇ ਹਾਂ ਜਾਂ ਫੂਡ ਸਿਕਿਉਰਿਟੀ ਜਿਹੜਾ ਆਪਾਂ ਕਹਿੰਦੇ ਖਾਦ ਸੁਰੱਖਿਆ ਐਕਟ ਹੈ ਜਿਹੜਾ, ਉਹਦੀ ਗੱਲ ਕਰਦੇ ਹਾਂ, ਉਹ ਵੀ ਕਾਨੂੰਨੀ ਅਧਿਕਾਰ ਹੈ ਵੀ ਹਰ ਗਰੀਬ ਨੂੰ ਇੱਕ ਘੱਟ ਤੋਂ ਘੱਟ ਕੀਮਤ ਤੇ ਖਾਣਾ ਖਾਣ ਜੋਗਾ ਮਿਲੇ। ਜਾਂ ਫਿਰ ਆਪਣਾ ਜਿਵੇਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਜਿਹੜੇ ਐਕਟ ਬਣੇ ਨੇ ਇਹਨਾਂ ਦੇ ਵਿੱਚ ਇੱਕ ਫਰਕ ਜਿਹੜਾ ਕਿਸਾਨ ਜਿਹੜੀ ਮੰਗ ਰਹੇ ਉਧਰੋਂ ਇਹ ਹੈ, ਜਦੋਂ ਆਪਾਂ ਐਕਟ ਦੀ ਗੱਲ ਕਰਦੇ ਹਾਂ, ਕਾਨੂੰਨੀ ਅਧਿਕਾਰ ਦੀ ਗੱਲ ਕਰਦੇ ਹਾਂ ਹਰ ਸਿਟੀਜ਼ਨ ਲਈ, ਹਰ ਨਾਗਰਿਕ ਲਈ, ਨਰੇਗਾ ਵਗੈਰਾ ਵਿੱਚ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਭਾਰਤ ਸਰਕਾਰ ਨੇ ਅਗਰ ਇਹ ਕਾਨੂੰਨ ਬਣਦਾ ਕਿ ਸਰਕਾਰ ਗਰੰਟੀ ਦੇਵੇ ਤਾਂ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਇਨਸ਼ੋਰ ਕਰੇ, ਇਹ ਮਤਲਬ ਯਕੀਨਨ ਬਣਾਵੇ ਕਿ ਕਿਸੇ ਵੀ ਕਿਸਾਨ ਦੀ ਫਸਲ ਇਸ ਕੀਮਤ ਤੋਂ ਘੱਟ ਨਹੀਂ ਵਿਕੇਗੀ ਜਿਹੜੀ ਕਿ ਮਿਨੀਮਮ ਸਪੋਰਟ ਪ੍ਰਾਈਸ ਹੋਏਗੀ। ਮੈਨੂੰ ਇਹ ਲੱਗਦਾ ਇਹਦੇ ਵਿੱਚ ਪ੍ਰਾਈਵੇਟ ਨੂੰ ਬੰਨਣਾ ਕਿ ਕੋਈ ਵੀ ਖਰੀਦਦਾਰ ਇਦੋਂ ਘੱਟ ਨਹੀਂ ਖਰੀਦ ਸਕੇਗਾ ਇਸ ਕੀਮਤ ਤੋਂ, ਉਹ ਥੋੜਾ ਪਚੀਦਾ ਮੁੱਦਾ ਹੈ। ਸਰਕਾਰ ਦੇ ਇਹੋ ਜਿਹੇ ਕਈ ਮਤਲਬ ਪ੍ਰਬੰਧ ਹੈਗੇ ਨੇ, ਜਿਵੇਂ ਇੱਕ ਤਾਂ ਸਰਕਾਰ ਸਿੱਧਾ ਖਰੀਦਦੀ ਹੈ FCI ਦੇ ਥਰੂ ਜਾਂ ਸਟੇਟ ਦੀਆਂ ਏਜੰਸੀਆਂ ਦੇ ਥਰੂ। ਦੂਜਾ ਜਿਹੜਾ ਸਰਕਾਰ ਨੇ ਕੁਝ ਸਾਲ ਪਹਿਲਾਂ ਟਰਾਈ ਕੀਤੀ ਸੀ ਇਹ ਸਕੀਮ, ਇਹਨੂੰ ਕਹਿੰਦੇ ਨੇ ਭਾਵਾਂਤਰ ਭੁਗਤਾਨ ਯੋਜਨਾ, ਕਿ ਜੇ ਕਿਸਾਨ ਨੂੰ ਘੱਟੋ ਘੱਟ ਕੀਮਤ ਨਹੀਂ ਮਿਲਦੀ ਮੰਡੀ ਦੇ ਵਿੱਚ ਤਾਂ ਜਿਹੜਾ ਉਹਦਾ ਫਰਕ ਹੈ, ਜਿਹੜੀ ਕੀਮਤ ਉਹਨੇ ਵੇਚਿਆ ਤੇ ਜਿਹੜੀ ਮੰਡੀ ਦੀ ਐਵਰੇਜ ਪ੍ਰਾਈਸ MSP ਹੋਏਗੀ, ਜਿਹੜੀ ਉਹਦਾ ਜਿਹੜਾ ਫਰਕ ਹੈ ਉਹ ਸਰਕਾਰ ਕਿਸਾਨ ਨੂੰ ਦੇ ਦੇਗੀ। ਤੀਜਾ ਜਿਹੜਾ ਸੰਦ ਯੂਜ਼ ਕਰਦੀ ਹੈ ਸਰਕਾਰ ਕਿਸਾਨਾਂ ਨੂੰ MSP ਦਿਲਵਾਉਣ ਲਈ, ਉਹ ਹੈ ਮਾਰਕੀਟ ਇੰਟਰਵੈਂਸ਼ਨ ਸਕੀਮ, ਕਿ ਕਿਸੇ ਫਸਲ ਦੇ ਵਿੱਚ ਅਗਰ ਕੋਈ ਕੀਮਤ ਗਿਰਦੀ ਹੈ ਜ਼ਿਆਦਾ ਥੱਲੇ ਤਾਂ ਸਰਕਾਰ ਰਾਜ ਸਰਕਾਰ ਨਾਲ ਮਿਲ ਕੇ 50-50 ਪਾਰਟਨਰਸ਼ਿਪ ਕਰਕੇ ਉਸ ਮੰਡੀ ਦੇ ਵਿੱਚ ਦਾਖਲ ਹੁੰਦੀ ਹੈ ਕਿ ਬਈ ਇਸ ਕੀਮਤ ਤੇ ਅਸੀਂ ਖਰੀਦਾਂਗੇ ਮਾਲ, ਇੰਨਾ ਮਾਲ ਅਸੀਂ ਖਰੀਦਾਂਗੇ ਤਾਂ ਕਿ ਮੰਡੀ ਦੀਆਂ ਕੀਮਤਾਂ ਵਾਪਸ ਨਾਰਮਲ ਲੈਵਲ ਤੇ ਆ ਜਾਣ। ਤਾਂ ਮੈਨੂੰ ਇਹ ਲੱਗਦਾ ਕਿ ਇਹ 3-4 ਜਿਹੜੇ ਸੰਦ ਨੇ ਜਾਂ ਸਾਧਨ ਨੇ ਸਰਕਾਰ ਕੋਲੇ, ਇਹਨਾਂ ਨਾਲ ਹੀ ਸਰਕਾਰ ਕਿਸਾਨ ਦਾ ਜਿਹੜਾ ਕਿਸਾਨ ਦੀ ਜਿਹੜੀ ਮੰਗ ਹੈ, ਯੂਨੀਅਨ ਦੀ ਜਿਹੜੀ ਮੰਗ ਹੈ ਕਿ ਸਾਨੂੰ ਸਾਡੀ ਫਸਲ MSP ਦੇ ਵੇਚਣ ਦਾ ਜਿਹੜਾ ਸਹੂਲਤ ਦਿੱਤੀ ਜਾਵੇ, ਉਹ ਹੋ ਸਕਦਾ ਹੈ ਬਿਨਾਂ ਪ੍ਰਾਈਵੇਟ ਸੈਕਟਰ ਨੂੰ ਇਹਦੇ ਵਿੱਚ ਬੰਨੇ। ਕਿਉਂਕਿ ਮੈਂ ਕਹਿਣਾ ਕਿ ਪ੍ਰਾਈਵੇਟ ਸੈਕਟਰ ਨੇ ਕਦੇ ਵਾਅਦਾ ਨਹੀਂ ਕੀਤਾ ਕਿ ਅਸੀਂ ਤੁਹਾਨੂੰ MSP ਦੇਵਾਂਗੇ। ਇਹ ਵਾਅਦਾ ਸਰਕਾਰ ਦਾ ਹੈ ਤੇ ਕਿਸਾਨਾਂ ਦੀਆਂ ਯੂਨੀਅਨ ਨੂੰ ਸਰਕਾਰ ਤੋਂ ਪੂਰਾ ਕਰਵਾਉਣਾ ਚਾਹੀਦਾ ਹੈ। ਤੇ ਚਾਹੇ ਸਰਕਾਰ ਇਹ ਕਾਨੂੰਨ ਬਣਾ ਕੇ ਕਰੇ ਕਿ ਕੋਈ ਇਸ ਤੋਂ ਨੀਚੇ ਨਹੀਂ ਖਰੀਦ ਸਕਦਾ, ਤੇ ਸਰਕਾਰ ਕਹੇ ਕਿ ਜੇ ਇਸ ਤੋਂ ਨੀਚੇ ਵਿਕੇਗੀ ਤਾਂ ਅਸੀਂ ਇਹਦਾ ਗੈਪ ਪੂਰਾ ਕਰਾਂਗੇ ਜਾਂ ਅਸੀਂ ਮੰਡੀ ਵਿੱਚ ਫਿਰ ਆਵਾਂਗੇ ਤਾਂ ਕਿ ਕੀਮਤਾਂ ਉੱਪਰ ਪ੍ਰੋਫੈਸਰ ਸਾਹਿਬ ਤੁਸੀਂ ਇਹਦੇ ਬਾਰੇ ਬੜੇ ਡੂੰਘਾਈ ਦੇ ਵਿੱਚ ਗੱਲ ਕੀਤੀ ਹੈ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਜੇ ਸੈਂਟਰ ਸਰਕਾਰ ਨੇ ਮੱਕੀ ਦਾ ਵੀ MSP ਤੈਅ ਕੀਤੀ ਹੋਈ ਆ, ਹੋਰਨਾਂ ਫਸਲਾਂ ਦੀ ਵੀ ਤੈਅ ਕੀਤੀ, ਕਈਆਂ ਦੀ ਹੁੰਦੀ ਆ, ਪਰ ਮੰਡੀਆਂ ਨਾ ਹੋਣ ਕਾਰਨ ਮਤਲਬ ਮੰਡੀ ਦੇ ਵਿੱਚ ਖਰੀਦ ਹੀ ਨਹੀਂ ਹੁੰਦੀ। ਮਤਲਬ ਜੇ ਆਪਾਂ ਗੱਲ ਕਰੀਏ ਹੁਣ ਫਸਲੀ ਵਿਭਿੰਨਤਾ ਦੀ ਕਹਿੰਦੇ ਨੇ, ਇਹ ਸਾਡੇ ਛੋਲੇ ਹੋਰ ਜਿਹੜੀਆਂ ਫਸਲਾਂ ਨੇ, ਮੱਕੀ ਆ, ਉਹਦਾ ਰੇਟ ਹੀ ਨਹੀਂ ਪੂਰਾ ਮਿਲਦਾ ਜੀ ਮੰਡੀ ਆ। ਨਹੀਂ, ਇਹਦੇ ਪਤਾ ਕੀ ਹੈ, ਆਪਾਂ ਨੂੰ ਹੁਣ ਮੈਂ ਇਹ ਹੋਰ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਦੋਂ ਕਾਨੂੰਨ ਜਦੋਂ ਵਾਪਸ ਹੋ ਰਹੇ ਨੇ ਤੇ ਇਹਦੇ ਨਾਲ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਹਾਂ, ਕਿਉਂਕਿ ਹੁਣ ਤੱਕ ਤਾਂ ਆਪਾਂ ਕਹਿੰਦੇ ਨਹੀਂ ਸਰਕਾਰ ਨੇ ਬਣਾ ਤੇ ਕਾਨੂੰਨ, ਸਾਨੂੰ ਤਾਂ ਪੁੱਛਿਆ ਹੀ ਨਹੀਂ, ਉਹ ਸਾਰਾ ਕਬਜ਼ਾ ਕਰ ਲਿਆ ਮੰਡੀਆਂ ਤੇ, ਮੰਡੀਆਂ ਖੋਲਤੀਆਂ। ਹੁਣ ਜਦੋਂ ਵਾਪਸ ਆਪਾਂ ਪੁਰਾਣੀ ਸਿਚੁਏਸ਼ਨ ਤੇ ਆ ਰਹੇ ਹਾਂ, ਰਾਜ ਸਰਕਾਰਾਂ ਦੀ ਹੋਰ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਖੇਤੀ ਦੇ ਸੈਕਟਰ ਵੱਲ ਧਿਆਨ ਦੇਣ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਇਹੋ ਜਿਹੇ ਰਾਜ ਇਸ ਦੇਸ਼ ਦੇ ਵਿੱਚ ਹੈਗੇ ਨੇ, ਜਿਵੇਂ ਤੇਲੰਗਾਨਾ ਹੈ, ਆਂਧਰਾ ਪ੍ਰਦੇਸ਼, ਜਿੱਥੇ ਉਹ ਸਟੇਟ ਗਵਰਨਮੈਂਟ ਆਪ ਨਵੀਆਂ ਫਸਲਾਂ ਦੀ MSP ਨਿਰਧਾਰਿਤ ਕਰਕੇ ਆਪ ਖਰੀਦਦੀ ਹੈ। ਪੰਜਾਬ ਦੀ ਇਹ ਬਦਕਿਸਮਤੀ ਕਹਿ ਲਓ ਜਾਂ ਪੰਜਾਬ ਸਰਕਾਰ ਦੀ ਕਮਜ਼ੋਰੀ ਕਹਿ ਲਓ, ਪੰਜਾਬ ਨੇ ਆਪਣੇ ਵੱਲੋਂ ਕਦੇ ਇੱਕ ਦਾਣਾ ਵੀ ਕਿਸੇ ਫਸਲ ਦਾ ਨਹੀਂ ਖਰੀਦਿਆ।
ਸਿਰਫ ਐਫਸੀਆਈ ਦੀ ਕਿ ਆਪਾਂ ਕਹਿੰਦੇ ਵੀ ਉਹ ਛੋਟੀ ਏਜੰਸੀ ਬਣ ਕੇ ਰਹਿ ਗਈ ਕਿ ਐਫਸੀਏ ਵਾਸਤੇ ਖਰੀਦ ਕੇ ਦੇਣਾ, ਐਫਸੀਏ ਵਾਸਤੇ ਖਰੀਦ ਕੇ ਦੇਣਾ ਹੈ। ਤਾਂ ਪੰਜਾਬ ਸਰਕਾਰ ਨੇ ਆਪਣੇ ਲੈਵਲ ਤੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਕਿਸਾਨ ਨੂੰ ਘੱਟੋ ਘੱਟ ਕੀਮਤ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਪ੍ਰੋਕਿਓਰ ਕਰਕੇ ਜਾਂ ਕਿਸੇ ਨਾਲ ਅਰੇਂਜਮੈਂਟ ਕਰਕੇ ਕੰਪਨੀਆਂ ਨਾਲ ਜਾਂ ਕਿਸੇ ਏਜੰਸੀਆਂ ਨਾਲ, ਕਿ ਸਰਕਾਰ ਕਿਸਾਨ ਦੀ ਮੱਕੀ ਜਾਂ ਕਿਸਾਨ ਦਾ ਬਾਜਰਾ ਜਾਂ ਕਿਸਾਨ ਦੀ ਸਰੋਂ ਵਿਕਵਾ ਸਕੇ। ਪ੍ਰੋਫੈਸਰ ਸਾਹਿਬ, ਪੰਜਾਬ ਦੀ ਜ਼ਿੰਮੇਵਾਰੀ ਵੀ ਵਧੂਗੀ ਕਿਉਂਕਿ ਸਾਰੇ ਸੂਬਿਆਂ ਦੇ ਉੱਤੇ ਜ਼ਿੰਮੇਵਾਰੀਆਂ ਹੋਰ ਵਧਣਗੀਆਂ, ਜਿੱਦਾਂ ਤੁਸੀਂ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਤਾਂ 4.5 ਸਾਲ ਹੋ ਗਏ ਜੀ, ਕੋਈ ਐਗਰੀਕਲਚਰ ਪਾਲਿਸੀ ਨਹੀਂ ਬਣੀ ਹਜੇ ਤੱਕ, ਤੇ ਸੂਬਾ ਸਰਕਾਰ ਲਗਾਤਾਰ ਕੇਂਦਰ ਦੇ ਉੱਤੇ ਹਮਲੇ ਕਰਦੀ ਆ ਰਹੀ ਸੀ। ਹੁਣ ਕੇਂਦਰ ਸਰਕਾਰ ਨੇ ਭਾਵੇਂ ਇਹ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਤੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਲਈ ਕੋਈ ਵੀ ਯੋਜਨਾਬੰਦੀ ਜਿਹੜੀ ਹੈਗੀ ਆ ਉਹ ਹਜੇ ਤੱਕ ਨਾਲ, ਬਜਟ ਵੀ ਜੇ ਅਸੀਂ ਗੱਲ ਕਰੀਏ ਖੇਤੀਬਾੜੀ ਦਾ ਕੋਈ ਸਪੈਸ਼ਲ ਬਜਟ ਨਹੀਂ ਕਿਸੇ ਪਾਸੇ ਆਉਂਦਾ, ਕੋਈ ਉਹਦੇ ਉੱਤੇ ਉਹ ਨਹੀਂ ਧਿਆਨ ਕੀਤਾ ਜਾਂਦਾ, ਤੇ ਕਿਸਾਨਾਂ ਦੀ ਹਾਲਤ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਬਹੁਤ ਨਾਜ਼ੁਕ ਹੈ। ਦੇਖੋ, ਮੈਂ ਨਿਰਮਲ ਤੁਹਾਨੂੰ ਮੈਂਸ਼ਨ ਕੀਤਾ ਸੀ ਜਿਹੜਾ MIS ਹੈ, ਮਾਰਕੀਟ ਇੰਟਰਵੈਂਸ਼ਨ ਸਕੀਮ, ਮੈਨੂੰ ਨਹੀਂ ਲੱਗਦਾ ਪੰਜਾਬ ਨੇ ਪਿਛਲੇ 40 ਸਾਲਾਂ 'ਚ ਕਦੇ ਲਾਗੂ ਕੀਤੀ ਹੈ ਕਿਸੇ ਵੀ ਫਸਲ ਲਈ। ਹੋਰ 8-9 ਸਟੇਟ ਨੇ ਇੰਡੀਆ ਦੇ ਵਿੱਚ, ਰਾਜ ਸਰਕਾਰਾਂ ਨੇ, ਜਿਹੜੀਆਂ ਹਰ ਸਾਲ ਜਾਂ ਜਦੋਂ ਵੀ ਜ਼ਰੂਰਤ ਹੋਵੇ ਕੇਂਦਰ ਸਰਕਾਰ ਨਾਲ ਮਿਲ ਕੇ 50% ਪਾ ਕੇ ਪੈਸਾ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਸਪੋਰਟ ਦਿੰਦੀਆਂ ਨੇ ਕਿ ਤੁਹਾਡੀ ਜੇ ਕੀਮਤ ਗਿਰ ਰਹੀ ਹੈ ਕਿਸ ਫਸਲ ਦੀ, ਅਸੀਂ ਮੰਡੀ 'ਚ ਆ ਕੇ ਖਰੀਦ ਕੇ ਤੁਹਾਨੂੰ ਕੁਝ ਘੱਟ ਤੋਂ ਘੱਟ ਕੀਮਤ ਦੇਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਨੇ ਇਹ MIS ਕਦੇ ਵੀ ਲਾਗੂ ਨਹੀਂ ਕੀਤੀ। ਹੈ ਕੀ ਹੈ ਜੀ ਇਹਦੇ ਬਾਰੇ? 40 ਸਾਲਾਂ 'ਚ ਇਹਦਾ ਨਾਂ ਹੈ MIS, ਮਾਰਕੀਟ ਇੰਟਰਵੈਂਸ਼ਨ ਸਕੀਮ। ਇਹਦੇ 'ਚ ਸਰਕਾਰ, ਰਾਜ ਸਰਕਾਰ ਕੇਂਦਰ ਨੂੰ ਬੇਨਤੀ ਕਰਦੀ ਆ ਜਦੋਂ ਕਿਤੇ ਸਮੱਸਿਆ ਆਉਂਦੀ ਕਿ ਕਿਸੇ ਖਾਸ ਫਸਲ ਦੀ, ਜਿਵੇਂ ਤੁਸੀਂ ਮੱਕੀ ਦੀ ਗੱਲ ਕੀਤੀ, ਕਿ ਅਗਰ ਮੱਕੀ ਸਾਡੀ ਨਹੀਂ ਵਿਕ ਰਹੀ MSP ਤੇ, ਤਾਂ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਰਾਜ ਸਰਕਾਰ ਬੇਨਤੀ ਕਰਦੀ ਹੈ ਕਿ ਅਸੀਂ ਤੁਹਾਡੇ ਨਾਲ ਇਹ ਸਾਂਝ ਪਾ ਕੇ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਮੱਕੀ ਕੀਮਤ ਤੇ ਖਰੀਦੀ ਜਾਵੇ, ਘੱਟੋ ਘੱਟ ਕੀਮਤ ਤੇ ਖਰੀਦੀ ਜਾਵੇ। ਤਾਂ ਦੋਨੇ ਇਸ ਵਿੱਚ ਫੰਡ ਪਾ ਕੇ ਕਿਸਾਨਾਂ ਦੀ ਮਦਦ ਕਰਦੀਆਂ ਨੇ, ਪ੍ਰੋਕਿਓਰ ਕਰਦੀਆਂ। ਪਰ ਪੰਜਾਬ ਨੇ, ਜਿਸ ਤੱਕ ਮੈਨੂੰ ਯਾਦ ਹੈ, ਕਦੇ ਵੀ ਇਹ ਕੰਮ ਪਿਛਲੇ 30 ਸਾਲਾਂ ਤੋਂ ਨਹੀਂ ਕੀਤਾ। ਮਤਲਬ ਪੰਜਾਬ ਸਰਕਾਰ ਕੇਂਦਰ ਨੂੰ ਇਹ ਅਪੀਲ ਕਰੇਗੀ ਕਿ ਤੁਸੀਂ ਆਪਾਂ ਇਕੱਠੇ ਰਲ ਕੇ, ਮਤਲਬ ਇਹਨਾਂ ਦੀ ਰੇਸ਼ੋ ਫੰਡ ਦੀ ਜਿਹੜੀ ਹੋਏਗੀ, ਗ੍ਰਾਂਟ ਦੀ ਹੋਊਗੀ। ਹਾਂ, ਇਹਨੂੰ ਪੈਸਾ ਪਾਉਣਾ ਪਊ। ਪੈਸਾ ਕਿੰਨਾ ਸੌਖਾ ਸਕੀਮ ਹੈ ਵੀ ਪੰਜਾਬ ਕੁਛ ਤਾਂ ਚੱਕੇ। ਪੰਜਾਬ ਨੂੰ ਹੁਣ ਬੋਝ ਜਿਹੜਾ ਹੈਗਾ ਆਪਣੇ ਮੋਢਿਆਂ ਦੇ ਉੱਤੇ ਖੜੇ ਹੋਣ ਦੇ, ਮਤਲਬ ਚੱਕਣਾ ਪਊਗਾ। ਪੈਰਾਂ ਸਿਰ ਪੰਜਾਬ ਦੇ ਕਿਸਾਨਾਂ ਨੂੰ ਖੜਾ ਕਰਨ ਦੇ ਲਈ ਆਪਣੇ ਮੋਢੇ ਮਜ਼ਬੂਤ ਕਰਨੇ ਪੈਣਗੇ ਕੇਂਦਰ ਨਾਲ ਮਿਲ ਕੇ ਜੀ। ਇਹ ਜ਼ਿੰਮੇਵਾਰੀ ਤੋਂ ਪੰਜਾਬ ਸਰਕਾਰ, ਜਿਵੇਂ ਇਸ ਸਕੀਮ ਦੀ ਤੁਸੀਂ ਗੱਲ ਕੀਤੀ ਹੈ, ਕਦੇ ਲਾਗੂ ਨਹੀਂ ਹੋਈ ਪੰਜਾਬ ਦੇ ਵਿੱਚ। ਇਸੇ ਤਰ੍ਹਾਂ ਫਸਲੀ ਬੀਮਾ ਯੋਜਨਾ ਨਹੀਂ ਹਜੇ ਤੱਕ ਲਾਗੂ ਹੋਈ ਪੰਜਾਬ ਦੇ ਵਿੱਚ, ਤੇ ਇਹ ਸਿਰਫ ਦੂਸ਼ਣਬਾਜ਼ੀ ਤੱਕ ਹੀ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਗੱਲ ਕਰਦੀਆਂ ਨੇ। ਨਵਜੋਤ ਸਿੰਘ ਸਿੱਧੂ ਪਿਛਲੇ ਵਾਰੀ ਉਹਨਾਂ ਦਾ ਜਿਹੜਾ ਪੰਜਾਬ ਮਾਡਲ ਦੀ ਉਹ ਗੱਲ ਕਰਦੇ ਨੇ, ਉਹਦੇ ਵਿੱਚ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਸੀ ਕਿ ਅਸੀਂ ਜਿਹੜਾ ਫਸਲਾਂ ਦੇ ਉੱਤੇ MSP ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ। ਉਹ ਆਪਣੀ ਸਰਕਾਰ ਦੇ ਉੱਤੇ ਨਿਸ਼ਾਨਾ ਉਹਨਾਂ ਨੇ ਵੀ ਲਾਇਆ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਜਦੋਂ ਮੁੱਖ ਮੰਤਰੀ ਸੀਗੇ। ਤੇ ਇਸੇ ਤਰ੍ਹਾਂ ਸਰ, ਜਿਹੜਾ ਇਹ ਖੇਤੀ ਸੰਕਟ ਦਾ ਹੱਲ ਹੈ, ਕੀ ਇਹ ਜਿਹੜੇ ਕਾਨੂੰਨ ਵਾਪਸ ਹੋਣ ਨਾਲ ਇਹ ਸੰਕਟ ਜਿਹੜਾ ਹੈਗਾ ਪੰਜਾਬ ਦਾ, ਦੇਸ਼ ਦਾ, ਇਹ ਖਤਮ ਹੋ ਜਾਏਗਾ? ਨਹੀਂ, ਇਹਦੇ ਨਾਲ ਤਾਂ ਬਸ ਇਹੀ ਸੀਗਾ ਕਿ ਜੇ ਕਾਨੂੰਨ ਜਿਸ ਤਰ੍ਹਾਂ ਇਹ ਬਣੇ ਹੋਏ ਸੀ, ਥੋੜਾ ਕਾਫੀ ਖਾਮੀਆਂ ਸੀ ਇਹਦੇ ਵਿੱਚ, ਇਹਦੇ ਕਰਕੇ ਹੋਰ ਹਾਲਤ ਖਰਾਬ ਹੋਣੀ ਸੀ ਛੋਟੀ ਕਿਸਾਨੀ ਦੀ। ਤਾਂ ਇਹਦੇ ਨਾਲ ਕੋਈ ਨਹੀਂ ਵੀ ਸਮੱਸਿਆ ਦਾ ਹੱਲ ਹੋ ਜਾਏਗਾ। ਜਿਹੜੀ ਹੋਰ ਸਮੱਸਿਆ ਨੂੰ ਗੁੰਝਲਦਾਰ ਬਣਾਉਣਾ ਸੀ ਇਹਨਾਂ ਨੇ, ਉਹ ਚੀਜ਼ ਖਤਮ ਹੋ ਜਾਏਗੀ। ਪਰ ਜਿਹੜੀ ਖੇਤੀ ਦੀ ਸਮੱਸਿਆ, ਉਹ ਤਾਂ ਬਹੁਤ ਵੱਡੀ ਸਮੱਸਿਆ ਹੈ, ਇਕੱਲੇ ਕਾਨੂੰਨੀ ਦਾ ਪੇਚਾਂ ਨਾਲੋਂ ਖਤਮ ਹੋਣ ਵਾਲੀ ਨਹੀਂ। ਕਾਨੂੰਨ ਤਾਂ ਸਿਰਫ ਇਸ ਲਈ ਹੁੰਦੇ ਨੇ ਕਿ ਇੱਕ ਜਿਹੜੀ ਕਮਜ਼ੋਰ ਪਾਰਟੀ, ਜਿਵੇਂ ਕਿਸਾਨ ਇਹਦੇ ਵਿੱਚ ਕਮਜ਼ੋਰ ਪਾਰਟੀ ਹੈ, ਜਦੋਂ ਆਪਾਂ ਵੱਡੇ ਖਰੀਦਦਾਰ ਦੀ ਗੱਲ ਕਰਦੇ ਹਾਂ ਜਾਂ ਪ੍ਰਾਈਵੇਟ ਮੰਡੀਆਂ ਦੀ ਗੱਲ ਕਰਦੇ ਹਾਂ, ਉਹਦੇ ਹਿੱਤ ਨੂੰ ਬਚਾਉਣ ਲਈ ਕਾਨੂੰਨ ਹੁੰਦੇ ਨੇ। ਕਾਨੂੰਨ ਕਦੇ ਵੀ ਪਾਲਿਸੀ ਦਾ ਕੰਮ ਨਹੀਂ ਕਰ ਸਕਦੇ। ਉਹਦੇ ਜਿਹੜੇ ਖੇਤੀ ਦੇ ਸੰਕਟ ਦੇ ਹੱਲ ਲਈ ਆਪਾਂ ਨੂੰ ਨੀਤੀ ਬਣਾਉਣੀ ਪਏਗੀ, ਚਾਹੇ ਉਹ ਰਾਜ ਪੱਧਰ ਦੀ ਹੋਵੇ, ਚਾਹੇ ਉਹ ਸੈਂਟਰ ਪੱਧਰ ਦੀ ਹੋਵੇ। ਉਹ ਨੀਤੀ ਮਿਸਿੰਗ ਹੈ, ਨਾ ਸੈਂਟਰ ਪੱਧਰ ਤੇ ਪਾਲਿਸੀ ਹੈ, ਨਾ ਸਟੇਟ ਪੱਧਰ ਤੇ ਪਾਲਿਸੀ ਹੈ। ਉਹ ਐਗਰੀਕਲਚਰ, ਤੁਸੀਂ ਆਪ ਕਿਹਾ ਪੰਜਾਬ ਕੋਲੇ ਤੱਕ ਐਗਰੀਕਲਚਰ ਪਾਲਿਸੀ ਨਹੀਂ, ਕਈ ਹੋਰ ਰਾਜ ਨੇ ਉਹਨਾਂ ਕੋਲੇ ਵੀ ਨਹੀਂ। ਜਿੰਨਾ ਚਿਰ ਆਪਾਂ ਇਸ ਚੀਜ਼ ਨੂੰ ਦੇਖਦੇ ਨਹੀਂ ਕਿ ਕਿੱਧਰ ਨੂੰ ਲੈ ਕੇ ਜਾਣਾ ਹੈ ਖੇਤੀ ਦੇ ਸੈਕਟਰ ਨੂੰ, ਉਹਨਾਂ ਚਿਰ ਆਪਾਂ ਸਮੱਸਿਆ ਦੇ ਹੱਲ ਦੀ ਗੱਲ ਕਿਵੇਂ ਕਰ ਸਕਦੇ ਹਾਂ। ਮਤਲਬ ਇਹ ਸੰਕਟ ਹੋਰ, ਮਤਲਬ ਜਿਹੜਾ ਇੱਕਦਮ ਜਿਹੜੀਆਂ ਚੁਣੌਤੀਆਂ ਸੀਗੀਆਂ, ਜਿਹੜੇ ਇਸ ਕਾਨੂੰਨ ਦੇ, ਇਹਨਾਂ ਕਾਨੂੰਨਾਂ ਦੇ ਲਾਗੂ ਹੋ ਜਾਂਦੇ ਨੇ, ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਤਾਂ ਹੋਰ ਸੰਕਟ ਖੜੇ ਹੋਣੇ ਸੀ, ਉੱਥੋਂ ਬਚਾਅ ਹੋ ਗਿਆ। ਹਾਂ, ਜਿਹੜੀ ਨਵੀਂ ਮਾਰ ਪੈਣੀ ਸੀ ਉਹ ਤੋਂ ਬਚਾਅ ਹੋ ਗਿਆ। ਪਰ ਜਿਹੜੇ ਪੁਰਾਣੇ ਮੁੱਦੇ ਨੇ ਉਹ ਤਾਂ ਉਵੇਂ ਖੜੇ ਨੇ ਨਾ, ਕਿ ਝੋਨਾ ਕਣਕ ਦੇ ਵਿੱਚੋਂ ਹਜੇ ਵੀ ਅਸੀਂ ਨਿਕਲ ਨਹੀਂ ਪਾਵਾਂਗੇ, ਸਾਡੇ ਸਾਹਮਣੇ ਕੋਈ ਵੀ ਉਹਦਾ ਬਦਲ ਨਹੀਂ ਹੈਗਾ। ਤੇ ਪੰਜਾਬ ਦਾ ਪਾਣੀ ਆ ਜਿਹੜਾ ਉਹ ਦਿਨੋਂ ਦਿਨ ਇਹੋ ਜਿਹੇ ਪੱਧਰ ਉੱਤੇ ਪਹੁੰਚ ਗਿਆ, ਖਤਰਨਾਕ, ਕਿਸੇ ਵੀ ਵੇਲੇ ਮਾਰੂਥਲ ਪੰਜਾਬ ਬਣ ਸਕਦਾ ਹੈ। ਬਿਲਕੁਲ ਨਹੀਂ, ਪੰਜਾਬ ਨੂੰ ਤਾਂ ਦੇਖੋ ਝੋਨੇ ਤੋਂ ਖਾਸ ਕਰਕੇ ਪਿੱਛਾ ਛਡਾਉਣਾ ਪਊ, ਜਿੰਨਾ ਜਲਦੀ ਕਰ ਸਕੇ ਠੀਕ ਹੈ।
ਨਹੀਂ ਤਾਂ ਜਿੰਨਾ ਲੇਟ ਕਰਾਂਗੇ ਹੋਰ ਉਹਨਾਂ ਮੁਸ਼ਕਲ ਹੋ ਜਾਣਾ ਹੈ। ਕਿਉਂਕਿ ਇਸ ਚੀਜ਼ ਦਾ ਮੈਂ ਤੁਹਾਨੂੰ ਇਹ ਸਿਰਫ ਮੈਂ ਪਾਣੀ ਕਰਕੇ ਨਹੀਂ ਕਹਿ ਰਿਹਾ, ਕਿਸਾਨ ਦੀ ਜਿਹੜੀ ਰੋਜੀ ਰੋਟੀ ਉਹਦੇ ਕਰਕੇ ਵੀ ਕਹਿ ਰਿਹਾ। ਝੋਨੇ ਤੇ ਕਣਕ ਦੀ ਖੇਤੀ ਕਰਕੇ ਤੁਸੀਂ ਜ਼ਿਆਦਾ ਪੈਸਾ ਨਹੀਂ ਕਮਾ ਸਕਦੇ, ਕਿਉਂਕਿ ਹੁਣ ਜਦੋਂ ਕਿਸਾਨ ਮੰਗ ਕਰ ਰਹੇ ਨੇ MSP ਦੀ, ਤਾਂ ਜੋ MSP ਸਰਕਾਰ ਦੇਊਗੀ, ਸਰਕਾਰ ਕੋਈ ਇਹ ਤਾਂ ਨਹੀਂ ਕਿ ਅਨਲਿਮਿਟਡ MSP ਤੁਹਾਨੂੰ ਦੇ ਦਿਓ, ਤਾਂ ਕਾਸਟ ਬੇਸਡ ਹੁੰਦੀ ਹੈ। ਜਦੋਂ ਲਾਗਤ ਬੇਸਡ ਹੋਏਗੀ, ਤੁਸੀਂ ਉਹ ਇੱਕ ਕਿੱਲੇ ਦੇ ਵਿੱਚੋਂ ਝਾੜ ਵੀ ਆਪ ਨੂੰ ਪਤਾ ਕਿੰਨਾ ਨਿਕਲਦਾ, ਲਾਗਤ ਵੀ ਕਿੰਨੀ ਆਉਂਦੀ ਪਤਾ ਹੈ, ਤੇ ਕੀਮਤ ਵੀ ਪਤਾ ਹੋਏਗੀ, ਤੁਸੀਂ ਕਿੱਲੇ 'ਚੋਂ ਉਹਨਾਂ ਪੈਸੇ ਬਣਾ ਸਕਦੇ, ਉਸ ਤੋਂ ਵੱਧ ਬਣਾ ਹੀ ਨਹੀਂ ਸਕਦੇ। ਇਸ ਕਰਕੇ ਇਹਨਾਂ ਦੋ ਫਸਲਾਂ ਦੇ ਵਿੱਚ ਪਏ ਰਹਿਣ ਨਾਲ ਕਿਸਾਨ ਦਾ ਨੁਕਸਾਨ ਹੀ ਹੋਣਾ, ਫਾਇਦਾ ਨਹੀਂ ਹੋਣਾ। ਪ੍ਰੋਫੈਸਰ ਸਾਹਿਬ, ਥੋੜਾ ਜਿਹਾ ਪੋਲੀਟੀਕਲ ਸਵਾਲ ਤਾਂ ਹੈਗਾ, ਹੋ ਸਕਦਾ ਤੁਹਾਡੇ ਮਰਿਆਦਾ ਦੇ ਵਿੱਚ ਨਾ ਆਉਂਦਾ ਹੋਵੇ, ਤੁਹਾਡੇ ਪ੍ਰੋਟੋਕਾਲ ਦੇ ਮੁਤਾਬਕ ਨਾ ਆਉਂਦਾ ਹੋਵੇ, ਕਿ ਮੋਦੀ ਸਾਹਿਬ ਨੇ ਇਹ ਜਿਹੜਾ ਐਲਾਨ ਕੀਤਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਕਿਹਾ ਹੈ ਕਿ ਮੈਂ ਦੇਸ਼ ਵਾਸੀਆਂ ਤੋਂ ਮਾਫੀ ਮੰਗਦਾ ਹਾਂ ਕਿ ਅਸੀਂ ਕੁਝ ਮੁੱਠੀ ਭਰ ਕਿਸਾਨਾਂ ਨੂੰ ਇਹ ਸਮਝਾ ਨਹੀਂ ਸਕੇ, ਕੁਝ ਚੰਦ ਕਿਸਾਨਾਂ ਨੂੰ। ਮਤਲਬ ਇੱਥੋਂ ਕਿਤੇ ਨਾ ਕਿਤੇ ਜਾਂ ਉਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਤਾਂ ਕੋਈ ਗੱਲਬਾਤ ਦਾ ਹੱਲ ਨਹੀਂ ਨਿਕਲਿਆ। ਪਹਿਲਾਂ ਮੀਟਿੰਗਾਂ ਜ਼ਰੂਰ ਹੁੰਦੀਆਂ ਰਹੀਆਂ, ਪਰ 1 ਸਾਲ ਦੇ ਕਰੀਬ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਇਹ ਟਾਕ ਬੰਦ ਹੋ ਗਈ ਸੀ। ਉਹ ਦੇਸ਼ ਵਾਸੀਆਂ ਤੋਂ ਮਾਫੀ ਜ਼ਰੂਰ ਮੰਗ ਰਹੇ ਨੇ, ਪਰ ਪੰਜਾਬ ਦੇ ਕਿਸਾਨਾਂ ਜਿਹੜੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਬਾਰੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਕਿਸਾਨਾਂ ਤੋਂ ਮਾਫੀ ਮੰਗੀ ਆ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਰਕਾਰ ਕੀ ਇਹ ਲਾਗੂ ਜਿਹੜੇ ਵਾਅਦੇ ਸਰਕਾਰ ਕਰ ਰਹੀ ਆ, ਹੁਣ ਇਹਦੇ ਉੱਤੇ ਕਿਸਾਨ ਯਕੀਨ ਕਰਨ ਜਾਂ ਕਿਸਾਨਾਂ ਨੂੰ ਹੁਣ ਇੰਤਜ਼ਾਰ ਕਰਨਾ ਚਾਹੀਦਾ? ਚਲੋ, ਤਾਂ ਕਿਸਾਨਾਂ ਨੇ ਪਹਿਲੇ ਡਿਸੀਜਨ ਲੈ ਲਿਆ, ਇਸ ਚੀਜ਼ ਤੇ ਫੈਸਲਾ ਲੈ ਲਿਆ, ਮੈਂ ਉਹਤੇ ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਗੱਲ ਅੱਗੇ ਕਿਸਾਨ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ। ਪ੍ਰੋਫੈਸਰ, ਪ੍ਰਧਾਨ ਮੰਤਰੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਮੇਟੀ ਬਣਾਈ ਜਾਊਗੀ। ਮਤਲਬ ਕਈ ਉਹਨਾਂ ਦਾ ਸਟੇਟਮੈਂਟ ਤੁਸੀਂ ਵੀ ਸੁਣਿਆ ਹੋਣਾ ਸਾਰਾ, ਉਹਨੂੰ ਤੁਸੀਂ ਕਿਸ ਪੱਖ ਤੋਂ ਦੇਖਦੇ ਹੋ, ਤੁਸੀਂ ਉਹਨੂੰ ਕੀ ਸਮਝਦੇ ਹੋ? ਜੇ ਆਪਾਂ ਗੱਲ ਕਰੀਏ ਕਿ ਇੱਕ ਸਪੈਸੀਫਿਕ ਜਿਹੜਾ ਕਿਸਾਨਾਂ ਦੀ ਡਿਮਾਂਡ ਹੈ, ਬਿਲਕੁਲ ਖਾਸ ਡਿਮਾਂਡ ਹੈ ਜਿਹੜੀ ਆਪਣੀ MSP ਦੀ ਮੰਗ ਹੈ, ਕਿਸਾਨ ਤਾਂ ਕਹਿੰਦੇ ਇਸ ਚੀਜ਼ ਤੇ ਕਮੇਟੀ ਬਣੇ ਕਿ MSP ਨੂੰ ਲੀਗਲ ਕਿਵੇਂ ਬਣਾਇਆ ਜਾ ਸਕਦਾ। ਬਾਕੀ ਜਿਹੜੀਆਂ ਗੱਲਾਂ ਨੇ ਉਹ ਤਾਂ ਨੀਤੀ ਦੀਆਂ ਗੱਲਾਂ ਨੇ, ਜਿਵੇਂ ਵੀ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨਾ, ਉਹਨੂੰ ਪ੍ਰਫੁੱਲਿਤ ਕਰਨਾ, ਜਾਂ ਹੋਰ ਜਿਹੜੀ ਚੀਜ਼ਾਂ ਨੇ, ਇਰੀਗੇਸ਼ਨ ਦਾ ਹੋਵੇ, ਹੋਰ ਹੋਵੇ, ਉਹ ਤਾਂ ਚੱਲਦੇ ਰਹਿਣਗੇ ਮੁੱਦੇ, ਉਹ ਤਾਂ ਨੀਤੀ ਦੇ ਮੁੱਦੇ ਨੇ। ਪਰ ਇਹ ਕਿਸਾਨਾਂ ਦੀ ਜਿਹੜੀ ਕਮੇਟੀ ਦੀ ਮੰਗ ਸੀ ਕਿ ਸਿਰਫ MSP ਬਾਰੇ। ਹੁਣ ਕੱਲਾ ਜਿਹੜਾ ਰੇੜਕਾ ਹੈਗਾ, ਤੁਸੀਂ ਸਮਝਦੇ ਹੋ ਕਿ MSP ਤੇ ਉੱਤੇ ਰੁਕਿਆ ਹੋਇਆ, ਘੱਟੋ ਘੱਟ ਸਮਰਥਨ ਮਿਲ ਤੇ ਉੱਤੇ? ਬਿਲਕੁਲ ਇਹੀ ਦੇਖਣਾ ਬਾਕੀ ਹੈ ਵੀ ਕਿਵੇਂ ਇਸ ਚੀਜ਼ ਨੂੰ ਦੋਨੇ ਤਰ੍ਹਾਂ ਨਜਿੱਠਦੀਆਂ ਨੇ। ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇਹਦੇ ਚੰਗੇ ਪੱਖ ਵੀ ਨੇ ਤੇ ਇੱਕ ਦੋ ਜਿਹੇ ਮਾੜੇ ਪੱਖ ਵੀ ਨੇ। ਇਹ ਡਿਪੈਂਡ ਕਰਦਾ ਕਿਵੇਂ ਆਪਾਂ ਇਹਨੂੰ ਕਰਦੇ ਹਾਂ, ਕਿਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਸਮਝ ਕੇ ਕਿਸ ਤਰ੍ਹਾਂ ਦੀ ਇਹ ਤੇ ਆਪਾਂ ਕਾਨੂੰਨੀ ਪ੍ਰੋਵੀਜ਼ਨ ਕਰਨੀ ਹੈ ਤਾਂ ਕਿਵੇਂ ਕਰਦੇ ਹਾਂ। ਪਰ ਮੈਂ ਤੁਹਾਨੂੰ ਦੱਸਦਾ ਜਿਵੇਂ ਇਹ ਸਿਰਫ ਡਿਮਾਂਡ ਕਿਸਾਨਾਂ ਵੱਲੋਂ ਹੀ ਨਹੀਂ ਆਈ, ਇਹ ਸਰਕਾਰ ਦੀਆਂ ਏਜੰਸੀਆਂ ਨੇ ਵੀ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਸਵਾਮੀਨਾਥਨ ਰਿਪੋਰਟ ਦੀ BJP ਗੱਲ ਕਰਕੇ ਆਈ ਸੀ ਜਦੋਂ ਦੇਸ਼ ਦੇ ਵਿੱਚ ਸਰਕਾਰ ਬਣਾਉਣੀ ਸੀ ਇਹਨਾਂ ਨੇ, ਤਾਂ ਉਹ ਸਵਾਮੀਨਾਥਨ ਦੀ ਰਿਪੋਰਟ ਵੀ ਅੱਜ ਤੱਕ ਲਾਗੂ ਨਹੀਂ ਹੋਈ। ਉਹਦੇ ਵਿੱਚ ਵੀ ਘੱਟੋ ਘੱਟ ਸਮਰਥਨ ਮੁੱਲ ਦੀ MSP ਦੀ ਗੱਲ ਕੀਤੀ ਗਈ ਹੈ ਜੀ। ਮੈਨੂੰ ਨਹੀਂ, ਉਹਦੇ ਚ ਘੱਟੋ ਘੱਟ ਮੁੱਲ ਦੀ ਗੱਲ ਨਹੀਂ ਕੀਤੀ, ਉਹਦੇ ਕੀਤਾ ਗਿਆ ਕਿਸਾਨ ਨੂੰ ਇੱਕ ਮਤਲਬ ਲਾਭਕਾਰੀ ਮੁੱਲ ਮਿਲੇ। ਲਾਭਕਾਰੀ ਮੁੱਲ ਦਾ ਮਤਲਬ ਜਿਹੜੀ ਕਿਸਾਨ ਦੀ ਲਾਗਤ ਹੈ ਉਹਦੇ ਉੱਤੇ ਇੰਨਾ ਕੁ ਤੁਸੀਂ ਮਾਰਜਨ ਦਿਓ ਕਿਸਾਨ ਨੂੰ ਕਿ ਉਹਦੀ ਰੋਜੀ ਰੋਟੀ ਚੰਗੀ ਚੱਲ ਸਕੇ। ਤੇ ਉਸ ਨੂੰ ਜਿਹੜਾ ਪਰਿਭਾਸ਼ਿਤ ਕੀਤਾ ਉਹਨਾਂ ਨੇ ਕਿਹਾ ਵੀ ਕੰਪਰੀਹੈਂਸਿਵ ਕਾਸਟ, ਵੀ ਸਾਰੀਆਂ ਲਾਗਤਾਂ ਮਿਲਾ ਕੇ ਉਹਦੇ ਉੱਤੇ ਤੁਸੀਂ 50% ਦਿਓ। ਉਹਦਾ ਮਤਲਬ ਕਹਿੰਦੇ ਨੇ ਅੰਗਰੇਜ਼ੀ C2। ਤੇ ਸਰਕਾਰ ਨੇ ਜਿਹੜਾ ਪਿਛਲੇ ਵਾਰੀ ਦਿੱਤਾ, ਜਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਉਦੋਂ ਸਰਕਾਰ ਬਣੀ, ਉਹਨਾਂ ਨੇ A2 ਜਿਹੜੀ ਕਿ ਸਿਰਫ ਜਿਹੜੀ ਕਿਸਾਨ ਜੇਬ ਚੋਂ ਪੈਸਾ ਦੇ ਕੇ ਚੀਜ਼ਾਂ ਖਰੀਦਦਾ ਬਾਹਰੋਂ ਬਾਜ਼ਾਰ ਚੋਂ, ਉਹ ਲਾਗਤ ਗਿਣ ਕੇ ਉਹਦੇ ਉੱਤੇ ਵਿੱਚ ਫੈਮਿਲੀ ਲੇਬਰ ਦੀ ਉਹਦੀ ਕਾਸਟ ਪਾ ਕੇ ਉਹਦੇ ਉੱਤੇ 50% ਸਰਕਾਰ ਨੇ ਦਿੱਤਾ। ਕਹਿਤਾ ਕਿ ਅਸੀਂ ਵਾਅਦਾ ਪੂਰਾ ਕਰਤਾ। ਜਦੋਂ ਆਪਾਂ ਕਹਿੰਦੇ ਵੀ ਕੰਪਰੀਹੈਂਸਿਵ ਕਾਸਟ ਸਾਰੀਆਂ ਲਾਗਤਾਂ, ਤਾਂ ਉਹਦੇ ਵਿੱਚ ਉਹ ਲਾਗਤਾਂ ਵੀ ਆ ਜਾਂਦੀਆਂ ਜਿਹੜੀਆਂ ਕਿਸਾਨ ਬਾਜ਼ਾਰ ਚੋਂ ਨਹੀਂ ਕਰਦਾ, ਲੇਕਿਨ ਜਿਵੇਂ ਉਹਦੀ ਆਪਣੀ ਜ਼ਮੀਨ ਦਾ ਮੁਆਵਜ਼ਾ ਲਗਾਨ ਹੋਵੇ, ਜਾਂ ਉਹਦਾ ਆਪਣਾ ਇਰੀਗੇਸ਼ਨ ਦਾ ਖਰਚਾ ਹੋਵੇ, ਉਹਦਾ ਟਿਊਬਵੈਲ ਦਾ ਖਰਚਾ ਹੋਵੇ, ਜਿਹੜੀਆਂ ਚੀਜ਼ਾਂ ਨਹੀਂ ਗਿਣੀਆਂ ਜਾਂਦੀਆਂ, ਮੰਡੀ ਤੋਂ ਨਹੀਂ ਆਉਂਦੀਆਂ, ਆਪਣੀਆਂ ਨੇ ਉਹਦੀਆਂ, ਉਹ ਚੀਜ਼ਾਂ ਜੇ ਗਿਣੋਗੇ ਤਾਂ C2 ਕਾਫੀ ਵੱਧ ਹੁੰਦੀ ਹੈ A2 ਨਾਲੋਂ। ਤੇ ਇਸ ਕਰਕੇ ਕਿਸਾਨਾਂ ਨੂੰ ਇਹ ਹੈ ਵੀ ਅਜੇ ਤੱਕ ਜਿਹੜੀ ਉਹ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਨਹੀਂ ਮਿਲਿਆ, ਉਸ ਲਾਗਤ ਤੇ ਨਹੀਂ ਮਿਲਿਆ, ਤੇ ਉਹ ਵੀ ਮੰਗ ਕਰ ਰਹੇ ਨਾਲ। ਉਹ ਉਦੋਂ ਬਾਅਦ ਰਮੇਸ਼ ਚੰਦ ਕਮੇਟੀ ਵੀ ਬਣੀ ਸੀ, ਜਿਹਨੇ ਇਹ ਵੀ ਸੁਜੈਸਟ ਕੀਤਾ ਕਿ ਇਹਦੇ ਵਿੱਚ ਕੁਝ ਹੋਰ ਆਈਟਮਾਂ ਵੀ ਐਡ ਹੋਣੀਆਂ ਚਾਹੀਦੀਆਂ ਲਾਗਤ ਦੇ ਵਿੱਚ, ਹੋਰ ਮੱਦਾਂ ਕੁਝ, ਤੇ ਉਹ ਅਜੇ ਪੈਂਡਿੰਗ ਹੈ। ਕਿ ਉਹ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਦੇ ਕਹੇ ਨਹੀਂ ਕਿ ਕੰਪਰੀਹੈਂਸਿਵ ਦਾ ਮਤਲਬ C2 ਹੈ, ਸਾਡੇ ਲਈ ਤਾਂ ਇਹ A2 ਹੀ ਸੀਗਾ, ਪਰ ਕਿਸਾਨ ਕਹਿੰਦੇ ਨਹੀਂ, ਟੋਟਲ ਲਾਗਤ ਮੀਨਸ C2
not A2। ਪ੍ਰੋਫੈਸਰ ਸਾਹਿਬ, ਇੱਕ ਹੋਰ ਅਹਿਮ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਪੰਜਾਬ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ, ਤੁਸੀਂ ਗੱਲ ਕੀਤੀ ਹੈ ਕਿ ਫਸਲੀ ਬੀਮਾ ਯੋਜਨਾ ਪੰਜਾਬ 'ਚ ਹਜੇ ਤੱਕ ਲਾਗੂ ਨਹੀਂ ਹੋ ਸਕੀ, 4.5 ਸਾਲ ਹੋ ਗਏ, ਪਾਲਿਸੀ ਨਹੀਂ ਬਣ ਸਕੀ। ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਦੇ ਵੀ ਕੰਨ ਖੋਲੀਏ ਕਿ ਤੁਸੀਂ ਭਾਈ ਆਹ ਕਰੋ, ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ ਨੇ, ਹਰੇਕ ਪਾਰਟੀਆਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਰਾਜਨੀਤੀ ਕਰਨਗੀਆਂ, ਤੇ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਤੁਹਾਡੇ ਮੁੱਦੇ ਇਹ ਨੇ, ਕਿਸਾਨਾਂ ਦੇ ਮੁੱਦੇ ਇਹ ਨੇ। ਪੰਜਾਬ ਸਰਕਾਰ ਜੇ ਉਹ ਪਾਲਿਸੀਆਂ ਜਿਹੜੀ ਤੁਸੀਂ ਇੱਕ ਵਾਰੀ ਮੈਂ ਚਾਹੁੰਦਾ ਤੁਸੀਂ ਫਿਰ ਉਹਨੂੰ ਰਿਪੀਟ ਕਰੋ, ਜਿਹੜੀ 50 ਰੇਸ਼ੋ 50-50 ਪਾਉਣਾ ਇਹਨਾਂ ਨੇ ਫਸਲਾਂ ਦੀ ਘੱਟੋ ਘੱਟ ਕੀਮਤ ਵਾਲਾ ਮੁੱਦਾ ਹੋ ਗਿਆ। ਇਹੋ ਜਿਹੇ ਕਿਹੜੀਆਂ ਸਕੀਮਾਂ ਪੰਜਾਬ ਨੂੰ ਲਾਗੂ ਕਰਨੀਆਂ ਪੈਣਗੀਆਂ ਜਿੱਥੋਂ ਭੱਜਦੀ ਹੈ? ਹਾਂ ਦੇਖੋ, ਮੈਂ ਨਿਰਮਲ ਹਰ ਕਿਸਾਨ ਦੇ ਜਿਹੜੀ ਰੋਜੀ ਰੋਟੀ ਨੂੰ ਮੈਂ ਦੋ ਪੱਖਾਂ ਤੋਂ ਦੇਖਦਾ। ਇੱਕ ਤਾਂ ਕਿਸਾਨ ਜਦੋਂ ਖੇਤੀ ਕਰਦਾ ਉਹਨੂੰ ਉਤਪਾਦਨ ਦਾ ਜੋਖਮ ਹੁੰਦਾ ਹੈ, ਜੋਖਮ ਉਠਾਉਣਾ ਪੈਂਦਾ ਹੈ। ਜਿਹੜਾ ਹੁਣ ਆਪਾਂ ਦੇਖਿਆ ਜਿਵੇਂ ਨਰਮੇ ਨੂੰ ਸੁੰਡੀ ਪਈ, ਕਿਸਾਨਾਂ ਦਾ ਨਰਮਾ ਮਰਿਆ, ਜੀਰੀ ਤੇ ਬਾਰਿਸ਼ ਹੋਈ, ਕਿਸਾਨਾਂ ਦੀ ਜੀਰੀ ਦੀ ਬਰਬਾਦੀ ਹੋਈ ਕੁਛ ਹੱਦ ਤੱਕ। ਇਸ ਚੀਜ਼ ਨੂੰ ਇੱਕੋ ਠੀਕ ਕਰਨ ਦਾ ਤਰੀਕਾ ਹੈ ਉਹ ਹੈਗਾ ਕਿ ਤੁਸੀਂ ਬੀਮਾ, ਫਸਲ ਬੀਮਾ ਲਾਗੂ ਕਰੋ। ਇਹਦੀ ਬਹੁਤ ਇਹ ਦੁੱਖ ਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਨੀਤੀ, ਜਿਹਦੇ ਵਿੱਚ ਬਹੁਤ ਸਾਰਾ ਬੋਝ ਕੇਂਦਰ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਸੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ, ਜਿਹੜੀ 3-4 ਸਾਲ ਪਹਿਲਾਂ ਲਾਗੂ ਹੋਈ ਸੀ, ਉਹ 'ਚ ਪੰਜਾਬ ਨੇ ਸ਼ਮੂਲੀਅਤ ਨਹੀਂ ਕੀਤੀ, ਸ਼ੁਰੂ ਤੋਂ ਰੱਦ ਕਰਤਾ ਕਿ ਸਾਡੇ ਤਾਂ ਫਿੱਟ ਹੀ ਨਹੀਂ। ਹਾਲਾਂਕਿ ਉਹ ਸਿਰਫ 1.5% ਜਾਂ 2% ਪ੍ਰੀਮੀਅਮ ਕਿਸਾਨ ਨੂੰ ਦੇਣਾ ਪੈਣਾ ਸੀ ਕਣਕ ਚੌਲ ਦੇ ਵਿੱਚ, ਨਰਮੇ 'ਚ 5%, ਜਿਹੜਾ 700 ਰੁਪਇਆ ਕਿੱਲੇ ਦਾ ਬਣਦਾ, ਜ਼ਿਆਦਾ ਨਹੀਂ ਬਣਦਾ। ਪਰ ਪੰਜਾਬ ਨੇ ਮੁੱਢੋਂ ਨੂੰ ਰੱਦ ਕਰਕੇ ਇਹ ਕਹਿ ਕੇ ਕਿ ਅਸੀਂ ਆਪਦੀ ਕਾਰਪੋਰੇਸ਼ਨ ਬਣਾਵਾਂਗੇ, ਆਪਦੀ ਨੀਤੀ ਲਿਆਵਾਂਗੇ, ਕੁਛ ਨਹੀਂ ਕੀਤਾ। 5 ਸਾਲ ਹੁਣ ਤੇ ਆ ਗਏ ਆ। ਤੋ ਇਸ ਚੀਜ਼ ਨੂੰ ਇਹ ਜ਼ਰੂਰੀ ਹੈ ਕਿ ਆਪਾਂ ਕਹਿ ਦਈਏ ਪੰਜਾਬ ਦੇ ਵਿੱਚ ਫਸਲ ਨੂੰ ਨੁਕਸਾਨ ਨਹੀਂ ਹੁੰਦਾ। ਆਪਾਂ ਹਰ ਸਾਲ ਦੇਖਦੇ ਹਾਂ, ਪਹਿਲਾਂ 2015 ਚ ਨਰਮੇ ਦਾ ਨੁਕਸਾਨ ਹੋਇਆ, ਹੁਣ ਫੇਰ ਹੋਇਆ। ਇਹੋ ਜਿਹਾ ਕੋਈ ਖਿੱਤਾ ਨਹੀਂ ਦੁਨੀਆ ਦਾ ਜਿੱਥੇ ਕਿਸਾਨ ਨੂੰ ਇਸ ਤਰ੍ਹਾਂ ਦਾ ਜੋਖਮ ਨਾ ਝੱਲਣਾ ਪੈਂਦਾ ਹੋਵੇ। ਤਾਂ ਇਹ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਤਾਂ ਫਸਲ ਫੇਲ ਹੀ ਨਹੀਂ ਹੁੰਦੀ, ਇਹ ਦੂਜਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਹੋਰ ਵੱਡੀ ਗੱਲ ਪੰਜਾਬ ਵਾਸਤੇ, ਪੰਜਾਬ ਜਿਹੜਾ ਨਕਲੀ ਬੀਜ, ਨਕਲੀ ਦਵਾਈਆਂ ਦਾ ਜਿਹੜਾ ਚੱਲਿਆ ਹੋਇਆ ਹੈ, ਕੱਲੇ ਪੰਜਾਬ 'ਚ ਨਹੀਂ ਪੂਰੇ ਦੇਸ਼ ਵਿੱਚ ਵੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਘੱਟੋ ਘੱਟ 25 ਤੋਂ 30% ਜਿਹੜੀ ਪੈਸਟੀਸਾਈਡ ਵਿਕਦੀ ਹੈ ਦੇਸ਼ ਦੇ ਵਿੱਚ, ਉਹ ਜਾਲੀ ਹੈ। ਤਾਂ ਉਸ ਚੀਜ਼ ਤੋਂ ਕਿਵੇਂ ਕਿਸਾਨ ਨੂੰ ਬਚਾਇਆ ਜਾਵੇ? ਜਿਵੇਂ ਸੈਂਟਰ ਗੌਰਮੈਂਟ, ਇਹ ਵੀ ਗੱਲ ਕਹਿਣੀ ਜ਼ਰੂਰੀ ਅੱਜ ਕਿ ਆਪਾਂ ਦੇਖੋ ਕਿਸਾਨੀ ਦੇ ਜਿਹੜੇ 3 ਲਾਅ ਆਏ ਸੀ ਖੇਤੀ ਤੋਂ, ਉਹਨਾਂ ਦੀ ਗੱਲ ਕਰ ਰਹੇ ਸੀ, ਪਰ ਜਿਹੜੇ 2 ਖਾਸ ਜਿਹੜੇ ਬਿੱਲ ਹਜੇ ਤੱਕ ਪੈਂਡਿੰਗ ਨੇ ਪਿਛਲੇ 10 ਤੇ 15 20 ਸਾਲਾਂ ਤੋਂ, ਇੱਕ ਤਾਂ ਹੈਗਾ ਬੀਜ ਤੇ ਉੱਤੇ ਸੀਡ ਬਿੱਲ 2004, ਉਹਤੇ ਪਾਰਲੀਮੈਂਟਰੀ ਕਮੇਟੀ ਵੀ ਬਣੀ, ਉਹ ਅਜੇ ਤੱਕ ਪਿਛਲੇ 17 ਸਾਲਾਂ ਤੋਂ ਪਾਸ ਹੀ ਨਹੀਂ ਹੋਇਆ ਪਾਰਲੀਮੈਂਟ ਦੇ ਵਿੱਚ। ਇਹ ਸੀਡ ਬਿੱਲ 2004 ਤੋਂ ਰਿਵਾਇਜ਼ ਹੁੰਦਾ ਆਇਆ, ਕੋਈ ਉਹਦੇ ਅਪੋਜ਼ ਕਰਦਾ, ਕੋਈ ਉਹਦੇ ਹੱਕ 'ਚ ਕੱਢਦਾ, ਪਰ ਅਜੇ ਤੱਕ ਸਰਕਾਰ ਨੇ ਉਹ ਪੁਰਾਣੇ ਜਿਹੜਾ ਆਪਣਾ 1981-82 ਵਾਲਾ ਬਿੱਲ ਉਹਨੂੰ ਅਮੈਂਡ ਹੀ ਨਹੀਂ ਕੀਤਾ। ਪੁਰਾਣਾ ਬਿੱਲ ਹੀ ਚੱਲ ਰਿਹਾ, ਨਵਾਂ ਸੀਡ ਬਿੱਲ ਬਣਿਆ ਹੋਇਆ ਖੜਨਾ ਪਿਆ 2004 ਤੋਂ। ਪਾਰਲੀਮੈਂਟ ਕਮੇਟੀ ਬਣ ਚੁੱਕੀ ਆ ਤੇ ਉਹ ਨਹੀਂ ਲਾਗੂ ਹੋਇਆ, ਉਹ ਨਹੀਂ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ। ਇਸ ਤਰ੍ਹਾਂ ਹੀ ਪੈਸਟੀਸਾਈਡ ਬਿੱਲ 2010 ਤੋਂ ਪੈਂਡਿੰਗ ਹੈ ਸੈਂਟਰ ਗਵਰਨਮੈਂਟ ਕੋਲੇ, 10-11 ਸਾਲ ਉਹਨੂੰ ਹੋ ਗਏ। ਮੈਂ ਇਹ ਕਹਿਣਾ ਚਾਹੁੰਦਾ ਵੀ ਇੰਨਾ ਟਾਈਮ ਜਿਹੜੀ ਚੀਜ਼ਾਂ ਕਰਨ ਵਾਲੀਆਂ ਨੇ ਕਿਸਾਨ ਦੇ, ਕਿਉਂ ਇੰਨਾ ਟਾਈਮ ਲੱਗ ਰਿਹਾ ਹੈ? ਜੇ ਅਸੀਂ ਰੈਗੂਲੇਸ਼ਨ ਹੀ ਨਹੀਂ ਢੰਗ ਨਾਲ ਸਮੇਂ ਸਿਰ ਕਰ ਸਕਦੇ ਤਾਂ ਫਿਰ ਆਪਾਂ ਡਿਵੈਲਪਮੈਂਟ ਦੀ ਗੱਲ ਕਿੱਥੋਂ ਕਰਾਂਗੇ? ਇਹ ਤਾਂ ਮਿਨੀਮਮ ਹੈ ਜਿਹੜਾ ਕਿਸਾਨ ਨੂੰ ਬਚਾਉਣ ਵਾਸਤੇ ਮੰਡੀ ਦੇ ਬੁਰੇ ਅਸਰਾਂ ਤੋਂ, ਇਹਨੂੰ ਤਾਂ ਫਟਾਫਟ ਕਰ ਦੇਣਾ ਚਾਹੀਦਾ ਸੀ। ਦੂਜੀ ਜਿਹੜੀ ਗੱਲ ਕਰਦੇ ਆਪਾਂ ਮੰਡੀ ਦੇ ਜੋਖਮ ਦੀ, ਜਿਹੜਾ ਕਿਸਾਨ ਉਠਾਉਂਦਾ ਹੈ, ਹੁਣ ਪੰਜਾਬ ਤਾਂ ਚਲੋ ਇਹ ਕਹਿ ਲਓ ਵੀ ਕਿਸੇ ਕਾਰਨ ਕਰਕੇ ਪੰਜਾਬ ਨੇ ਉਹਨਾਂ ਦੁੱਖ ਨਹੀਂ ਝੱਲਿਆ ਮੰਡੀ ਦਾ, ਕਿਉਂਕਿ ਪੰਜਾਬ ਜਿਹੜੀਆਂ 2-2.5 ਫਸਲਾਂ ਹੁੰਦੀਆਂ ਸਰਕਾਰ ਖਰੀਦ ਲੈਂਦੀ ਹੈ ਜਾਂ ਵਿਕ ਜਾਂਦੀਆਂ ਨੇ। ਪਰ ਜੇ ਆਪਾਂ ਕਿਸਾਨ ਨੂੰ ਇਹਨਾਂ ਚੀਜ਼ਾਂ ਤੋਂ ਕੱਢਣਾ, ਹੁਣ ਦੂਜੀਆਂ ਫਸਲਾਂ ਵੱਲ ਲੈ ਕੇ ਜਾਣਾ, ਮੈਂ ਕਹੂੰਗਾ ਮੰਡੀ ਦੇ ਸਿਸਟਮ ਤੇ ਆਪਾਂ ਨੂੰ ਸਭ ਤੋਂ ਵੱਧ ਫੋਕਸ ਪਾਲਿਸੀ ਵਿੱਚ ਕਰਨਾ ਚਾਹੀਦਾ ਹੈ। ਹੁਣ ਜਿਵੇਂ ਸੁਣਿਆ, ਮੈਂ ਦੇਖਿਆ ਨਹੀਂ, ਪੰਜਾਬ ਨੇ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਸੀ ਉਹਦੇ ਵਿੱਚ ਕੰਟਰੈਕਟ ਫਾਰਮਿੰਗ ਐਕਟ ਨੂੰ ਵਾਪਸ ਕਰ ਲਿਆ, ਜਿਹੜਾ 2013 ਚ ਬਣਾ ਸੀ, ਹਾਲਾਂਕਿ ਲਾਗੂ ਨਹੀਂ ਹੋਇਆ ਸੀ। ਰਿਪੀਲ ਕਰਤਾ। ਤੇ ਇਸ ਤਰ੍ਹਾਂ ਜਿਹੜਾ APMC ਐਕਟ 2017 ਦੇ ਵਿੱਚ ਇਸ ਸਰਕਾਰ ਨੇ ਆ ਕੇ ਅਮੈਂਡ ਕੀਤਾ ਸੀ, ਜਿਹਦੇ ਵਿੱਚ ਸਾਰੀ ਪ੍ਰਾਈਵੇਟ ਮੰਡੀ ਵਗੈਰਾ ਤੇ ਕੰਟਰੈਕਟ ਫਾਰਮਿੰਗ ਅਲਾਉ ਕੀਤੇ ਗਏ ਤੇ ਕੰਟਰੈਕਟ ਫਾਰਮਿੰਗ ਦੂਜੀਆਂ ਜਿਹੜੀਆਂ ਚੀਜ਼ਾਂ ਸੀ, ਤੇ 2020 ਚ ਉਹਦੇ ਕਾਨੂੰਨ ਬਣੇ ਸੀ। ਮੈਂ ਸੁਣਿਆ ਕਿ ਸਾਰੀਆਂ ਉਹ ਚੀਜ਼ਾਂ ਵਾਪਸ ਲੈ ਗਏ ਨੇ, ਵਿਡਰਾ ਕਰ ਲਈਆਂ। ਤਾਂ ਪੰਜਾਬ ਨੂੰ ਇਹ ਸੋਚਣਾ ਪਊ ਕਿ ਅਸੀਂ ਜਿਹੜਾ 2003 ਤੋਂ ਪਹਿਲਾਂ ਵਾਲਾ ਸਿਸਟਮ, ਉਹਦੇ ਨਾਲ ਸਾਡਾ ਗੁਜ਼ਾਰਾ ਹੋ ਜਾਊਗਾ ਕਿ ਸਾਨੂੰ ਆਪਣੇ ਲੈਵਲ ਤੇ ਹੁਣ APMC ਐਕਟ ਦੇ ਵਿੱਚ ਦੁਬਾਰਾ ਸਾਨੂੰ ਉਹਦੇ ਸੋਧਾਂ ਕਰਨੀਆਂ ਪੈਣਗੀਆਂ। ਨਵੇਂ ਜਿਹੜੇ ਚੈਨਲ ਨੇ ਕਿਸਾਨ ਲਈ, ਚਾਹੇ ਕੰਟਰੈਕਟ ਫਾਰਮਿੰਗ ਹੋਵੇ, ਚਾਹੇ ਪ੍ਰਾਈਵੇਟ ਮੰਡੀ ਹੋਵੇ, ਚਾਹੇ ਸਿੱਧੀ ਖਰੀਦ ਹੋਵੇ ਕਿਸਾਨ ਤੋਂ, ਉਹਨਾਂ ਵਾਸਤੇ ਪ੍ਰੋਵੀਜ਼ਨ ਬਣਾਉਣੀ ਪਊਗੀ। ਤਾਂ ਬਹੁਤ ਜ਼ਰੂਰੀ ਹੈ ਪੰਜਾਬ ਲਈ ਕਿ ਜਲਦੀ ਤੋਂ ਜਲਦੀ ਨਵੀਂ ਸਰਕਾਰ ਆਉਣ ਵੇ ਤੋਂ ਪਹਿਲਾਂ
APMC ਐਕਟ ਨੂੰ ਦੁਬਾਰੇ ਤੇ ਸੋਚ ਵਿਚਾਰ ਕਰਕੇ ਇਹਨੂੰ ਦੁਬਾਰੇ ਇਹਦੇ ਵਿੱਚ ਇਹ ਚੀਜ਼ਾਂ ਲਿਆਂਦੀਆਂ ਜਾਣ ਕਿ ਕਿਸਾਨ ਸਿਰਫ APMC ਮੰਡੀ ਤੇ ਨਿਰਭਰ ਹੋ ਕੇ ਨਾ ਰਹੇ ਜੀ। ਪ੍ਰੋਫੈਸਰ ਸਾਹਿਬ, ਪੰਜਾਬ ਦੇ ਸਾਹਮਣੇ ਹੁਣ ਮਾਡਲ, ਕਿਸਾਨੀ ਦਾ ਮਾਡਲ ਪੇਸ਼ ਕਰਨਾ ਪਊਗਾ ਰਾਜਨੀਤਿਕ ਪਾਰਟੀਆਂ ਨੂੰ ਵੀ ਤੇ ਸਰਕਾਰ ਨੂੰ ਵੀ। ਸਰਕਾਰ ਸਾਡੀ ਸੁੱਤੀ ਪਈ ਆ। 4.5 ਸਾਲ ਜਿਹੜੀ ਸਰਕਾਰ ਇੱਕ ਪਾਲਿਸੀ ਨਹੀਂ ਬਣਾ ਸਕਦੀ, ਉਹ ਸਰਕਾਰ ਕਿਹੜੇ ਮੂੰਹ ਨਾਲ? ਚਲੋ ਕੇਂਦਰ ਨੂੰ ਤਾਂ ਹੁਣ ਤੱਕ ਆਪਾਂ ਕੋਸਦੇ ਰਹੇ ਆ, ਕੇਂਦਰ ਨਾਲ ਤਾਂ ਅਸੀਂ ਲੜ ਲਿਆ, ਹੁਣ ਅਸੀਂ ਆਪਣਿਆਂ ਨਾਲ ਕਿਵੇਂ ਲੜਾਂਗੇ? ਇਹ ਸਭ ਤੋਂ ਬਿਲਕੁਲ ਮੈਂ ਇਹ ਹਮੇਸ਼ਾ ਕਹਿੰਦਾ, ਨਾਟ ਸਿਰਫ ਪੰਜਾਬ ਦੀ, ਹੁਣ ਜਿਹੜੀ ਕਿਸਾਨਾਂ ਦੀ ਲੜਾਈ ਉਸ ਰਾਜ ਪੱਧਰ ਤੇ ਸਟੇਟ ਲੈਵਲ ਤੇ ਹੋਣੀ ਚਾਹੀਦੀ ਹੈ। ਕਿਉਂਕਿ ਹੁਣ ਆਪਾਂ ਇਹ ਮੰਨ ਲਿਆ ਕਿ ਖੇਤੀ ਤੇ ਖੇਤੀ ਮੰਡੀਆਂ ਰਾਜਾਂ ਦਾ ਵਿਸ਼ਾ ਹੈ। ਹੁਣ ਆਪਾਂ ਜਿਹੜਾ ਕੁਛ ਉੱਥੇ ਉਹ ਸਟੇਟ ਗਵਰਨਮੈਂਟ ਨਾਲ ਗੱਲ ਕਰਕੇ, ਉਹਨਾਂ ਨਾਲ ਕੰਮ ਕਰਕੇ, ਉਹਨਾਂ ਨਾਲ ਲੌਬਿੰਗ ਕਰਕੇ ਆਪਾਂ ਉੱਥੇ ਆਪਾਂ ਨੂੰ ਸੁਧਾਰ ਕਰਾਉਣੇ ਪੈਣਗੇ ਜੋ ਵੀ ਕਿਸਾਨ ਦੇ ਹਿੱਤ 'ਚ ਹੈ। ਵੈਸੇ ਇਹਦੇ ਨਾਲ ਹੀ ਜਿਹੜੀ ਤੁਸੀਂ ਫਸਲੀ ਬੀਮਾ ਯੋਜਨਾ ਦੀ ਗੱਲ ਕੀਤੀ ਹੈ, ਇਹਦੇ ਨਾਲ ਹੀ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ, ਜਿਹੜੀ ਉਹ ਸਕੀਮ ਤੁਸੀਂ ਦੱਸੀ ਸੀ ਵੀ ਉਹ ਕੇਂਦਰ ਦੀ ਸਕੀਮ ਹੈ, ਉਹ ਸਕੀਮ ਦਾ ਤੁਸੀਂ ਨਾਂ ਜ਼ਿਕਰ ਕਰ ਰਹੇ ਸੀਗੇ, ਮੰਡੀ ਦਖਲਅੰਦਾਜ਼ੀ ਯੋਜਨਾ। ਇਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਤਾਂ ਕਦੇ ਲਾਗੂ ਹੀ ਨਹੀਂ ਹੋਈ। ਮਤਲਬ ਪੰਜਾਬ ਵਾਲਿਆਂ ਨੇ ਤਾਂ ਕਦੇ ਸੋਚਿਆ ਹੀ ਨਹੀਂ, ਲਾਗੂ ਹੀ ਨਹੀਂ ਹੋਈ ਵੀ ਅਸੀਂ ਜੇ ਸਾਡੇ ਕਿਸਾਨਾਂ ਨੂੰ ਘੱਟ ਮੁੱਲ ਮਿਲ ਰਿਹਾ ਮੱਕੀ ਦਾ ਜਾਂ ਹੋਰ ਜਿਹੜੀਆਂ ਫਸਲਾਂ ਨੇ, ਬਾਜਰਾ ਹੋ ਗਿਆ ਜਾਂ ਛੋਲੇ ਹੋ ਗਏ, ਜਿਹੜੇ ਕਿਸਾਨ ਸਾਡੇ ਮੂੰਗੀ ਬੀਜਦੇ ਆ, ਉਹਨਾਂ ਦਾ ਜੇ ਸਮਰਥਨ ਮੁੱਲ ਜਿਹੜੀਆਂ ਫਸਲਾਂ ਦਾ ਘੱਟ ਮਿਲ ਰਿਹਾ, ਵੀ ਭਾਈ ਕੇਂਦਰ ਨਾਲ ਆਪਾਂ ਗੱਲ ਕਰੀਏ। ਨਿਰਮਲ ਇਹ ਚੀਜ਼ ਤੁਸੀਂ ਇਵਨ ਫਲ ਸਬਜ਼ੀਆਂ ਦੇ ਵਿੱਚ ਵੀ ਲਾਗੂ ਕਰ ਸਕਦੇ ਹੋ, ਜਿਨ੍ਹਾਂ ਵਿੱਚ MSP ਸਰਕਾਰ ਵੱਲੋਂ ਅਨਾਉਂਸ ਨਹੀਂ ਹੁੰਦੀ, ਉਹਨਾਂ ਫਸਲਾਂ ਵਿੱਚ ਵੀ ਇਸ ਦਾ ਫਾਇਦਾ ਲਿਆ ਜਾ ਸਕਦਾ। ਕਿਸਾਨਾਂ ਨੂੰ ਮਾਰਨ ਦੇ ਉੱਤੇ ਪੰਜਾਬ ਦੀਆਂ ਤੁਲੀਆਂ ਹੋਈਆਂ, ਇੱਥੋਂ ਤਾਂ ਇਹਨਾਂ ਦੀ ਨੀਤ ਤੇ ਕਹਿਣੀ ਤੇ ਕਰਨੀ ਤੇ ਨੀਤੀ ਤੇ ਸਪਸ਼ਟ ਹੋ ਜਾਂਦਾ ਹੈ। ਮਤਲਬ ਗੱਲਾਂ ਕਰਨੀਆਂ ਬੜੀਆਂ ਸਕਾਲੀਆਂ, ਅਸੀਂ ਪੰਜਾਬ ਨੂੰ ਉਹ ਬਣਾ ਦਾਂਗੇ, ਆਹ ਕਰ ਦਾਂਗੇ, ਪਰ ਪੰਜਾਬ ਦੇ ਕਿਸਾਨ ਦੀ ਜੇ ਬਾਹ ਫੜਨੀ ਆ ਤਾਂ ਪਹਿਲਾਂ ਪੰਜਾਬ ਨੂੰ ਹੁਣ ਫੜਨੀ ਪੈਣੀ ਆ। ਕੇਂਦਰ ਨੇ ਤਾਂ ਪੱਲਾ ਝਾੜਤਾ, ਦੇਸ਼ ਵਾਸੀਆਂ ਤੋਂ ਮਾਫੀ ਮੰਗ ਲਈ ਹੈ ਪ੍ਰਧਾਨ ਮੰਤਰੀ ਮੋਦੀ ਨੇ, ਕਿਸਾਨਾਂ ਤੋਂ ਤਾਂ ਨਹੀਂ ਮੰਗੀ। ਉਹਨਾਂ ਨੇ ਕਿਹਾ ਹੈ ਕਿ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ ਵੀ ਇਹ ਬਿੱਲਾਂ ਦਾ ਕੀ ਫਾਇਦਾ ਹੋਣਾ ਸੀ, ਕੀ ਨੁਕਸਾਨ ਹੋਣਾ ਸੀ। ਮੋਦੀ ਸਾਹਿਬ ਤਾਂ ਟਸ ਤੋਂ ਮਸ ਨਹੀਂ ਹੋਏ। ਇੱਕ ਦੇਸ਼ ਦੀ ਸਰਹੱਦ ਤੇ ਬੈਠੇ ਹੋਏ ਕਿਸਾਨਾਂ ਦੇ ਨਾਲ ਆ ਕੇ ਮਿਲਣ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਜਿਹੜਾ ਆਮ ਲੋਕਾਂ ਦਾ ਕਹਾਉਂਦਾ ਸੀ, ਉਹ ਕਹਿੰਦਾ ਸੀ ਕਿ ਮੈਂ ਤਾਂ ਜੀ ਆਮ ਲੋਕਾਂ ਦੇ ਵਿੱਚੋਂ ਆਇਆ, ਚਾਹ ਵੇਚਣ ਵਾਲਾ, ਚਾਹ ਪ੍ਰਧਾਨ ਮੰਤਰੀ ਹੈਗਾ, ਤੁਹਾਡਾ ਆਪਣਾ ਪ੍ਰਧਾਨ ਮੰਤਰੀ ਹੁੰਦਾ ਵੀ ਹੈ। ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਹੀਂ। ਤੇ ਉਹ ਦੂਜੇ ਪਾਸੇ ਸਰ, ਹੁਣ ਜਿੱਥਾਂ ਆਪਾਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਗਾਤਾਰ ਕੱਲ ਵੀ ਪ੍ਰਧਾਨ ਮੰਤਰੀ ਦੇ ਉੱਤੇ ਹਮਲੇ ਕੀਤੇ ਨੇ, ਤਿੱਖੇ ਸਿਆਸੀ। ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਹੁਣ ਜਾਗੇ ਨੇ, ਕਿਸਾਨਾਂ ਦਾ ਨੁਕਸਾਨ ਬਹੁਤ ਪੰਜਾਬ ਦਾ ਹੋਇਆ, ਇਹਦੀ ਭਰਪਾਈ ਕਰਨੀ ਚਾਹੀਦੀ ਹੈ। ਜੇ ਤੁਸੀਂ ਪੰਜਾਬ ਦੀ ਆਪਦੀ ਪਾਲਿਸੀ ਨਹੀਂ ਕੋਈ ਕਿਸਾਨਾਂ ਲਈ ਬਣਾ ਸਕਦੇ, ਕਰਜ਼ਾ ਕੁਰਕੀ ਇਹਨਾਂ ਨੇ ਕਿਹਾ ਸੀ ਪ੍ਰੋਫੈਸਰ ਸਾਹਿਬ ਮਾਫ ਕਰਾਂਗੇ। 2017 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ, ਖਾਸ ਕਰਕੇ ਆਪਾਂ ਕਿਸੇ ਇੱਕ ਮੁੱਖ ਮੰਤਰੀ ਨੂੰ ਦੋਸ਼ ਨਹੀਂ ਦੇ ਸਕਦੇ ਕਿ ਜਿਹੜੀ ਪਾਰਟੀ ਦੀ ਸਰਕਾਰ ਹੈ ਉਹ ਹੁਣ ਵੀ ਉਸੇ ਪਾਰਟੀ ਦਾ ਮੁੱਖ ਮੰਤਰੀ ਹੈ, ਉਸੇ ਪਾਰਟੀ ਦੀ ਸਰਕਾਰ ਹੈ, ਕਰਜ਼ਾ ਕੁਰਕੀ ਖਤਮ ਕਰਾਂਗੇ। ਹਜੇ ਤੱਕ ਕਿਸਾਨਾਂ ਦਾ ਅੱਧਾ ਇੱਕ ਕਹਿੰਦਾ ਵੀ ਧੇਲਾ ਮਾੜਾ ਮੋਟਾ ਹੀ ਮਾਫ ਹੋਇਆ, ਤੇ ਵੱਡੇ ਪੱਧਰ ਉੱਤੇ ਉਹ ਕਰਜ਼ਾ ਕੁਰਕੀ ਦਾ ਵਾਅਦਾ ਸੀ ਉਹ ਵੀ ਨਹੀਂ ਪੂਰਾ ਹੋਇਆ। ਪੰਜਾਬ ਲਈ ਚੁਣੌਤੀਆਂ ਨੇ। ਤੁਸੀਂ ਹੋਰ ਕੀ ਸਮਝਦੇ ਹੋ ਜੀ ਕਿ ਪੰਜਾਬ ਨੂੰ ਇੱਕ ਤਾਂ ਇਹ ਕਰਨਾ ਚਾਹੀਦਾ ਹੈ, ਦੂਜੀ ਜਿਹੜੀ ਸਾਡੀ ਕਿਸਾਨ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਹੈ, ਉਹਨਾਂ ਨੂੰ ਕਿਸ ਤਰ੍ਹਾਂ ਇਹ ਆਉਣ ਵਾਲੀਆਂ ਚੁਣੌਤੀਆਂ ਦੇ ਨਾਲ ਨਿਪਟਣਾ ਚਾਹੀਦਾ? ਹਾਂ, ਇਹ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ, ਕਿਉਂਕਿ ਮੈਨੂੰ ਲੱਗਦਾ ਸਾਰੇ ਜਿੰਨੇ ਵੀ ਆਪਣੇ ਸਟੇਕ ਹੋਲਡਰ ਨੇ ਖੇਤੀ, ਸਾਰਿਆਂ ਨੂੰ ਆਪਣਾ ਆਪਣਾ ਫਰਜ਼ ਨਿਭਾਉਣਾ ਪਊ। ਇਕੱਲੀ ਸਰਕਾਰ ਵੱਲ ਦੇਖ ਕੇ ਗੁਜ਼ਾਰਾ ਨਹੀਂ ਹੋਣਾ। ਤਾਂ ਸਾਨੂੰ ਵੀ ਜਿਹੜੇ ਕਿਸਾਨ ਯੂਨੀਅਨ ਦੇ ਜਾਂ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਨੇ, ਉਹਨਾਂ ਦੇ ਨਾਲ ਕੰਮ ਕਰਨ ਵਾਲੇ ਸੰਸਥਾਵਾਂ ਨੇ, ਉਹਨਾਂ ਨੂੰ ਇਹ ਦੇਖਣਾ ਪਊ ਵੀ ਇਹੋ ਜਿਹੇ ਕਿਹੜੇ ਅਸੀਂ ਮਾਡਲ ਖੇਤੀ ਦੇ ਆਜ਼ਾਦ ਕਰੀਏ ਜਿਨ੍ਹਾਂ ਨਾਲ ਕਿਸਾਨ ਆਪਣੀ ਰੋਜੀ ਰੋਟੀ ਵਧੀਆ ਤਰੀਕੇ ਨਾਲ ਕਮਾ ਸਕੇ। ਇੱਕ ਤਾਂ ਪੰਜਾਬ ਦੇ ਜਿਹੜੀ ਮਾਈਂਡ ਸੈਟ ਹੈ, ਜਿਹੜੀ ਮੈਨੂੰ ਕਹਿੰਦਾ ਵੀ ਮਾਈਂਡ ਸੈਟ ਕਲਚਰ ਦੀ ਪ੍ਰੋਬਲਮ ਪੰਜਾਬ ਦੀ, ਕਿ ਸਾਡਾ ਕਿਸਾਨ ਕਹਿੰਦਾ ਕਿ ਖੇਤ ਵਿੱਚ ਜੋ ਕਰਵਾ ਲਓ, ਮੰਡੀ ਵਿੱਚ ਆਉਣ ਨੂੰ ਨਾ ਕਹੋ। ਮੈਂ ਕਹਿੰਦਾ ਕਿ ਪੈਸਾ ਮੰਡੀ ਵਿੱਚ ਹੈ, ਤੁਸੀਂ ਉੱਥੇ ਜਾਓ ਜਿੱਥੇ ਪੈਸਾ ਹੈ, ਤੁਸੀਂ ਉੱਥੇ ਨਾ ਜਾਓ ਜਿੱਥੇ ਸਿਰਫ ਟੱਕਰਾਂ ਨੇ। ਤਾਂ ਜੇ ਤੁਹਾਨੂੰ ਪਤਾ ਤੁਹਾਡੇ ਨਾਂ ਤੇ ਤੁਹਾਡੀ ਫਸਲ ਤੇ ਪੈਸਾ ਕੋਈ ਹੋਰ ਕਮਾ ਰਿਹਾ, ਤੁਸੀਂ ਉੱਥੇ ਪੈਰ ਰੱਖਣ ਦੀ ਕੋਸ਼ਿਸ਼ ਕਰੋ। ਤਾਂ ਇਹ ਚੀਜ਼ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਬਹੁਤ ਜ਼ਿਆਦਾ ਇਹ ਕਿ ਜੱਟ ਆ ਜੀ, ਕਿਸਾਨ ਆ ਜੀ, ਖੇਤ 'ਚ ਕੰਮ ਕਰ ਰਿਹਾ, ਸਾਨੂੰ ਮੰਡੀ 'ਚ ਜਾਣ ਨਾ ਕਹੋ, ਦੁਕਾਨ ਖੋਲਣ ਨਾ ਕਹੋ, ਮੰਡੀ ਜਾ ਕੇ ਵੇਚਣ ਨੂੰ ਨਾ ਕਹੋ। ਮੈਂ ਕਹਿੰਦਾ ਜੇ ਤੁਸੀਂ 6 ਮਹੀਨੇ ਮਿਹਨਤ ਕਰਕੇ ਪੈਦਾ ਕਰਦੇ ਹੋ ਕੁਛ, ਉਹਨੂੰ ਸੁੱਟਣ ਕਿਉਂ ਜਾਂਦੇ, ਉਹਨੂੰ ਵੇਚਣ ਜਾਓ, ਉਹਦੀ ਮਾਰਕੀਟਿੰਗ ਕਰਨ ਜਾਓ, ਉਹਦਾ ਵੱਧ ਤੋਂ ਵੱਧ ਮੁੱਲ ਪਾਉਣ ਦੀ ਕੋਸ਼ਿਸ਼ ਕਰੋ, ਚਾਹੇ ਇਕੱਠੇ ਹੋ ਕੇ ਚਾਹੇ ਇਕੱਲੇ। ਇਹਦੇ 'ਚ ਇੱਕ ਹੋਰ ਗੱਲ ਪੰਜਾਬ ਲਈ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜੀਆਂ ਸਰਕਾਰ ਹੁਣ FPOs ਪ੍ਰਮੋਟ ਕਰ ਰਹੀ ਹੈ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਜਾਂ ਕਹਿ ਲਓ ਕਿਸਾਨਾਂ ਦੀਆਂ ਕੰਪਨੀਆਂ, ਉਹਦੇ 'ਚ ਕੇਂਦਰ ਸਰਕਾਰ ਲਗਭਗ ਪਿਛਲੇ 15 ਸਾਲ ਤੋਂ ਇਹ ਕਾਨੂੰਨ ਲੈ ਕੇ ਆਈ ਹੈ, 2003 ਤੋਂ, ਜਿਹਦੇ ਵਿੱਚ ਪਹਿਲਾਂ ਸਰਕਾਰ ਨੇ 8-10 ਹਜ਼ਾਰ ਕੰਪਨੀਆਂ ਬਣਾਉਣ 'ਚ ਕਿਸਾਨਾਂ ਦੀ ਮਦਦ ਕੀਤੀ ਹੈ। ਹੁਣ ਫਿਰ 10,000 ਦਾ ਉਹਨਾਂ ਨੇ ਬੀੜਾ ਚੁੱਕਿਆ ਹੋਇਆ ਕਿ ਅਗਲੇ 5 ਸਾਲਾਂ ਦੇ ਵਿੱਚ 10,000 ਕਿਸਾਨਾਂ ਦੀਆਂ ਕੰਪਨੀਆਂ ਅਸੀਂ ਖੜੀਆਂ ਕਰਨੀਆਂ ਨੇ,
ਜਿਹੜਾ ਕਿਸਾਨਾਂ ਲਈ ਖਰੀਦਣੀਆਂ ਤੇ ਕਿਸਾਨਾਂ ਲਈ ਮਾਲ ਵੇਚਣੀਆਂ ਕਿਸਾਨਾਂ ਦਾ ਕਿਸਾਨ ਹੀ ਉਹਦੇ ਵਿੱਚ ਭਾਈਵਾਲ ਹੋਣਗੇ। ਬਿਲਕੁਲ ਕਿਸਾਨਾਂ ਦੀਆਂ ਕੰਪਨੀਆਂ ਉਹਦੇ ਚੋਂ ਤੀਜਾ ਬੰਦਾ ਕੋਈ ਉਹਦੇ ਚ ਸ਼ੇਅਰ ਹੋਲਡਰ ਨਹੀਂ ਬਣ ਸਕਦਾ। ਸਿਰਫ ਕਿਸਾਨ 10 ਜਾਂ ਵੱਧ ਕਿਸਾਨ ਜਾਂ ਉਹਨਾਂ ਦੇ ਅਦਾਰੇ ਇਕੱਠੇ ਹੋ ਕੇ ਕੰਪਨੀਜ਼ ਐਕਟ ਦੇ ਤਹਿਤ ਆਪਣੀ ਕੰਪਨੀ ਰਜਿਸਟਰ ਕਰਵਾ ਸਕਦੇ ਨੇ। ਕੋਈ ਸਰਕਾਰ ਦੀ ਉਹਦੇ ਚ ਕੋਈ ਕਿਸੇ ਹੋਰ ਅਦਾਰੇ ਦੀ ਦਖਲਅੰਦਾਜ਼ੀ ਨਹੀਂ। ਸਰਕਾਰ ਵੱਲੋਂ ਸਿਰਫ ਬਾਹਰੋਂ ਉਹਨੂੰ ਮਦਦ ਦਿੱਤੀ ਜਾਏਗੀ, ਉਹਨੂੰ ਪੈਸਾ ਦਿੱਤਾ ਜਾਏਗਾ, ਉਹਨੂੰ ਸਬਸਿਡੀ ਦਿੱਤੀਆਂ ਜਾਣਗੀਆਂ, ਉਹਨੂੰ ਪਾਲਿਸੀ ਐਗਜ਼ੈਂਪਸ਼ਨ, ਜਿਵੇਂ ਉਹਨਾਂ ਦੇ ਉੱਤੇ ਅਗਲੇ 5 ਸਾਲ ਲਈ ਕੋਈ ਇਨਕਮ ਟੈਕਸ ਨਹੀਂ ਲੱਗੇਗਾ ਜੋ ਪ੍ਰੋਫਿਟ ਕਮਾਉਂਦੇ ਨੇ। ਇਹ ਪਹਿਲੀ ਵਾਰ ਹੋਇਆ। ਕੋਆਪਰੇਟਿਵ ਨੂੰ ਵੀ ਡਾਕਟਰ ਕੁਰੀਅਨ ਜਿਹੜੇ ਕਿ ਐਨਡੀਡੀਬੀ ਦੇ ਚੇਅਰਪਰਸਨ ਸੀਗੇ, ਉਹ ਵੀ ਬਹੁਤ ਚਿਰ ਕੋਸ਼ਿਸ਼ ਕਰਦੇ ਰਹੇ ਕਿ ਕੋਆਪਰੇਟਿਵ ਨੂੰ ਇਨਕਮ ਟੈਕਸ ਤੋਂ ਛੂਟ ਮਿਲ ਸਕੇ, ਨਹੀਂ ਮਿਲੀ ਸੀ। ਪਰ ਇਹਨਾਂ ਅਦਾਰਿਆਂ ਨੂੰ ਫਾਰਮਰ ਪ੍ਰੋਡਿਊਸਰ ਕੰਪਨੀਜ਼ ਨੂੰ ਪਿਛਲੇ ਸਾਲ ਦੇ ਬਜਟ ਦੇ ਵਿੱਚ 5 ਸਾਲ ਲਈ ਟੈਕਸ ਦੀ ਛੁੱਟੀ ਦੇ ਦਿੱਤੀ ਗਈ ਹੈ। ਇਸ ਕਰਕੇ ਇਹਨਾਂ ਲਈ ਬਹੁਤ ਵਧੀਆ ਮੌਕਾ ਹੈ ਇਹ। ਪਰ ਪੰਜਾਬ ਨੇ ਹਜੇ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ। ਕੋਈ ਢੰਗ ਦੀ ਪਾਲਿਸੀ ਨਹੀਂ ਬਣੀ, ਕੋਈ ਸਰਕਾਰ ਦਾ ਧਿਆਨ ਨਹੀਂ ਕਿ ਕਿਵੇਂ ਕਿਸਾਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਪਲੇਟਫਾਰਮ ਖੜੇ ਕੀਤੇ ਜਾਣ ਜਿਸ ਨਾਲ ਕਿਸਾਨ ਮੰਡੀ ਨਾਲ। ਵੈਸੇ ਸਭ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਅਸੀਂ ਵੀ ਇਹੀ ਸਮਝਾਉਣਾ ਚਾਹੁੰਦੇ ਹਾਂ ਸਾਡੇ ਕਿਸਾਨਾਂ ਨੂੰ, ਸਾਡੇ ਪੰਜਾਬੀਆਂ ਨੂੰ, ਕਿ ਮੁੱਦੇ ਸਾਨੂੰ ਪਛਾਣਨੇ ਪੈਣਗੇ। ਕਿੱਥੇ ਜੜ ਕਿੱਥੇ ਆ ਉੱਥੇ ਤੱਕ ਜਾਣਾ ਪਊਗਾ। ਸਾਨੂੰ ਸਮਝਣਾ ਪਊਗਾ ਵੀ ਇਹ ਸਾਡੀ ਸਰਕਾਰ ਕਿਉਂ ਸਾਨੂੰ ਸਾਡੇ ਅੱਖਾਂ ਦੇ ਉੱਤੇ ਪਰਦਾ ਪਾ ਕੇ ਰੱਖਦੀ ਹੈ, ਕਿਉਂ ਅਸੀਂ ਆਪਣੇ ਹੱਕਾਂ ਲਈ ਜਾਗਰੂਕ ਨਹੀਂ ਹੁੰਦੇ। ਅਸੀਂ ਲੜਨਾ ਜਾਣਦੇ ਹਾਂ, ਅਸੀਂ ਸੰਘਰਸ਼ ਕਰਨਾ ਜਾਣਦੇ ਹਾਂ, ਪਰ ਸਾਨੂੰ ਜੇ ਪੜ੍ਹਨ ਦੇ ਵਿੱਚ ਜਾਂ ਸਾਨੂੰ ਬੌਧਿਕ ਪੱਧਰ ਦੇ ਉੱਤੇ ਸਮਝਣਾ ਪਊਗਾ, ਖੇਤੀ ਨੂੰ ਡੂੰਘਾਈ ਦੇ ਵਿੱਚ ਜਾਣਾ ਪਊਗਾ, ਕਿਹੜੀਆਂ ਸਕੀਮਾਂ ਨੇ ਜਿਹੜਿਆਂ ਦੇ ਵਿੱਚ ਸਾਨੂੰ ਪੰਜਾਬ ਨੂੰ ਲਾਹਾ ਹੋ ਸਕਦਾ ਹੈ, ਕਿਉਂ ਨਹੀਂ ਅਸੀਂ ਫਾਇਦਾ ਉਠਾ ਰਹੇ। ਤੇ ਪੰਜਾਬ ਸਰਕਾਰ ਵੀ ਸੁੱਤੀ ਰਹਿੰਦੀ ਆ। ਉਹਨਾਂ ਨੂੰ ਸਿਵਾਏ ਰਾਜਨੀਤੀ ਦੇ ਉੱਤੋਂ ਜੇ ਆਪਾਂ ਦੇਖੀਏ ਲੋਕਾਂ ਦੀਆਂ ਵੋਟਾਂ ਬਟੋਰਨ ਤੋਂ, ਪ੍ਰਸ਼ਾਂਤ ਕਿਸ਼ੋਰ ਦੇ ਜੁਮਲੇ ਵੇਚਣ ਤੋਂ, ਮਤਲਬ ਪਾਰਟੀਆਂ ਨੂੰ, ਚਾਹੇ ਉਹ ਅਕਾਲੀ ਦਲ ਦੀ ਗੱਲ ਕਰੀਏ, ਚਾਹੇ ਆਪਾਂ ਬੀਜੇਪੀ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਜਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ, ਸੱਤਾ ਧਿਰ ਦੇ ਨਾਲ ਨਾਲ ਵਿਰੋਧੀ ਧਿਰਾਂ ਵੀ ਆਪਣੀ ਭੂਮਿਕਾ ਨਹੀਂ ਨਿਭਾਉਂਦੀਆਂ ਸਹੀ। ਜੇ ਵਿਰੋਧੀ ਧਿਰ ਜਾਗਰੂਕ ਹੋਵੇ, ਇਹੋ ਜਿਹੀਆਂ ਸਕੀਮਾਂ ਹੋਣ ਜਿਹਦੇ ਵਿੱਚ ਕਿਸਾਨਾਂ ਨੂੰ ਅਸੀਂ ਆਤਮ ਨਿਰਭਰ ਕਰ ਸਕੀਏ, ਫਸਲੀ ਵਿਭਿੰਨਾ ਯੋਜਨਾ ਦੇ ਉੱਤੇ ਕਿਉਂ ਨਹੀਂ ਵਿਰੋਧੀ ਧਿਰ ਰੌਲਾ ਪਾਉਂਦੀ ਵਿਧਾਨ ਸਭਾ ਦੇ। ਕਿਉਂਕਿ ਪੰਜਾਬ ਦੇ ਵਿੱਚ ਇਹ ਟਾਈਮ ਆ ਚੁੱਕਿਆ, ਹੁਣ ਸਾਨੂੰ ਰਾਜਨੀਤਿਕ ਮੰਤਵ ਛੱਡ ਕੇ ਪੰਜਾਬ ਦੇ ਭਲੇ ਲਈ ਕੁਝ ਸਖਤ ਕਦਮ ਚੁੱਕਣੇ ਪੈਣਗੇ। ਸਿਰਫ ਕਿਉਂਕਿ ਕੋਈ 4 ਬੰਦੇ ਗੁੱਸੇ ਨਾ ਹੋ ਜਾਣ, 4 ਬੰਦਿਆਂ ਦੀ ਸਬਸਿਡੀ ਨਾ ਛੁੱਟ ਜੇ, ਉਸ ਕਰਕੇ ਜੇ ਆਪਾਂ ਸਾਰੀ ਨੀਤੀ ਨੂੰ ਅੰਦਰ ਬੰਦ ਕਰਕੇ ਰੱਖਣਾ ਹੈ ਤਾਂ ਉਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਜੋ ਵੀ ਸਰਕਾਰ ਆਵੇ, ਜੋ ਵੀ ਸਰਕਾਰ ਹੈ, ਇਹਨਾਂ ਨੂੰ ਕੁਝ ਸਖਤ ਫੈਸਲੇ ਲੈਣੇ ਪੈਣਗੇ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਸਰਕਾਰ ਦੀ ਮਦਦ ਉਹਨਾਂ ਨੂੰ ਦਿੱਤੀ ਜਾਵੇ। ਹਰ ਇੱਕ ਨੂੰ ਮਦਦ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਸਰਕਾਰ ਕੋਲ ਇੰਨਾ ਪੈਸਾ ਨਹੀਂ ਕਿ ਸਭ ਨੂੰ ਫ੍ਰੀ ਵੰਡੀ ਜਾਵੇ। ਤਾਂ ਇਸ ਕਰਕੇ ਜਿਹੜੀ ਪਾਲਿਸੀ ਆ ਉਹਦੇ ਵਿੱਚ ਇੱਕ ਤੈਅ ਕਰਨਾ ਪਊਗਾ ਵੀ ਸਰਕਾਰ ਕਿਹਦੀ ਮਦਦ ਕਰੇਗੀ, ਕਿਸ ਤਰ੍ਹਾਂ ਕਰੇਗੀ। ਸਰਕਾਰ ਅੰਧਾਧੁੰਦ ਹਰ ਕਿਸੇ ਨੂੰ ਬਰਾਬਰ ਮੰਨ ਕੇ ਉਹਦੇ ਨਾਲ ਨਹੀਂ ਖੜ ਸਕਦੀ। ਸਰਕਾਰ ਦਾ ਕੰਮ ਹੁੰਦਾ ਹੈ ਮਾੜੇ ਜਾਂ ਵੀਕ ਜਾਂ ਕਮਜ਼ੋਰ ਵਿਅਕਤੀ ਨਾਲ ਜਾਂ ਕਮਜ਼ੋਰ ਅਦਾਰੇ ਨਾਲ ਖੜਾ ਹੋਣਾ। ਪਰ ਪੰਜਾਬ ਦੇ ਵਿੱਚ ਇਹ ਹੋਇਆ ਕਿ ਹਰ ਇੱਕ ਨੂੰ ਉਹੀ ਟ੍ਰੀਟਮੈਂਟ ਦਿੱਤਾ ਜਾ ਰਿਹਾ, ਹਰ ਕਿਸਾਨ ਨੂੰ ਜਿਹੜਾ ਕਿ ਨਹੀਂ ਚੱਲ ਸਕਦਾ। ਤੁਹਾਨੂੰ ਇਹ ਤੈਅ ਕਰਨਾ ਪਊਗਾ ਜੇ ਸਾਡੇ ਕੋਲ ਜੇ ਲਿਮਟਿਡ ਰਿਸੋਰਸ ਨੇ, ਸਾਡੇ ਕੋਲ ਸੰਸਾਧਨ ਘੱਟ ਨੇ, ਤਾਂ ਅਸੀਂ ਕਿੰਨਾਂ ਨੂੰ ਦਈਏ ਤੇ ਕਿੰਨਾਂ ਨੂੰ ਨਾ ਦਈਏ। ਇਹ ਬੜਾ ਸਖਤ ਫੈਸਲਾ ਜਿਹੜਾ ਸਰਕਾਰ ਨੂੰ ਲੈਣਾ ਪਊਗਾ। ਇੱਥੇ ਆ ਕੇ ਗੱਲ ਹਮੇਸ਼ਾ ਰੁਕ ਜਾਂਦੀ ਹੈ ਕਿਉਂਕਿ ਕੋਈ ਪਾਰਟੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਪਰ ਤੁਹਾਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਸਰਕਾਰ ਉਹਨਾਂ ਦੀ ਹੁੰਦੀ ਹੈ ਜਿਹਨਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਮੈਂ ਤੁਹਾਨੂੰ ਨਰਮੇ ਵਾਲੇ ਮੁਆਵਜ਼ੇ ਦੀ ਗੱਲ ਦੱਸਣੀ ਚਾਹੁੰਦਾ। ਹੁਣ ਦੇਖੋ, ਪਿਛਲੇ ਵਾਰੀ 2015 ਦੇ ਵਿੱਚ ਸਰਕਾਰ ਨੇ ਕਿਹਾ ਕਿਸਾਨਾਂ ਨੂੰ 8000 ਮਿਲੇਗਾ ਤੇ ਲੇਬਰ ਨੂੰ ਉਹਦਾ 10% 800 ਰੁਪਇਆ। ਤੇ ਹੁਣ ਕੀਤਾ ਕਿ ਕਿਸਾਨਾਂ ਨੂੰ ਮਿਲੂਗਾ 8000 ਕਿੱਲੇ ਦਾ ਸੀ, ਹੁਣ ਕਿਹਾ ਕਿ ਕਿਸਾਨਾਂ ਨੂੰ ਮਿਲੇਗਾ 17000 ਕਿੱਲੇ ਦਾ ਤੇ ਲੇਬਰ ਹਾਊਸ ਨੂੰ ਸਿਰਫ 1700 ਰੁਪਇਆ। ਹੁਣ ਆਪਾਂ ਨੂੰ ਪਤਾ ਹੈ ਕਿ ਇੱਕ ਜਿਹੜਾ ਮਜ਼ਦੂਰ ਘਰ ਹੈ ਪੰਜਾਬ ਦੇ ਵਿੱਚ, ਨਰਮੇ ਦੇ ਏਰੀਏ ਦੇ ਵਿੱਚ, ਉਹ ਇੱਕ ਸੀਜ਼ਨ ਦੇ ਵਿੱਚ ਕਿੰਨੇ ਕਿੱਲਿਆਂ ਦੀ ਚੁਕਾਈ ਕਰ ਲੈਂਦਾ ਹੈ। ਤੇ ਕੀ ਅਸੀਂ ਉਹਦਾ 20-30% ਵੀ ਉਹਨੂੰ ਦਿੱਤਾ ਕਿ ਘੱਟ ਦਿੱਤਾ? ਉਦੋਂ ਵੀ ਜੇ ਕਿਸਾਨ ਤੇ ਤਾਂ 5 ਕਿੱਲੇ ਨੇ, ਕਿਸਾਨ ਨੂੰ ਤਾਂ ਮਿਲ ਗਿਆ 17 ਨੂੰ 5 ਨਾਲ ਗੁਣਾ ਕਰ ਲਓ 85-90 ਹਜ਼ਾਰ ਰੁਪਇਆ। ਪਰ ਜਿਹੜਾ ਮਜ਼ਦੂਰ ਕਲਾਸ ਹੈ ਜਿਹਦਾ ਰੁਜ਼ਗਾਰ ਚਲਾ ਗਿਆ, ਨਰਮਾ ਚੁਗਣ ਨੂੰ ਮਿਲੇ ਨਹੀਂ, ਉਹਨੂੰ ਤੁਸੀਂ 17000 ਰੁਪਏ ਪਰਿਵਾਰ ਨੂੰ ਦੇ ਕੇ ਖੁਸ਼ ਹੋ? ਇਹ ਕਿੱਥੋਂ ਤੱਕ ਜਾਇਜ਼ ਹੈ? ਇਹ ਸਵਾਲ ਪੁੱਛਣੇ ਪੈਣਗੇ। ਨਹੀਂ ਤਾਂ ਫਿਰ ਆਪਾਂ ਉਸ ਚੀਜ਼ ਨੂੰ ਦੁਬਾਰਾ ਮਤਲਬ ਹੋਰ ਉਲਟੇ ਪਾਸੇ ਵੱਲ ਜਾਣ ਦੀ। ਮੈਂ ਇਹ ਨਹੀਂ ਕਹਿਣਾ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਜਾਵੇ, ਪਰ ਮੈਂ ਕਹਿਣਾ ਵੀ ਦੇਖ ਕੇ ਵੀ ਹਰ ਵਿਅਕਤੀ ਨੂੰ, ਹਰ ਸਿਟੀਜ਼ਨ ਨੂੰ ਜਾਂ ਸ਼ਹਿਰੀ ਨੂੰ, ਪੰਜਾਬ ਦੇ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਪਊਗਾ। ਤੇ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਸਰਕਾਰ ਦੀ ਮਦਦ ਦੀ। ਹਰ ਇੱਕ ਨੂੰ ਪੰਜਾਬ ਦੇ ਵਿੱਚ ਬਿਲਕੁਲ ਪ੍ਰੋਫੈਸਰ ਸਾਹਿਬ, ਸਾਡੇ ਤਾਂ ਪੰਜਾਬ ਦੇ ਵਿੱਚ ਇਹ ਵੀ ਕਈ ਮੰਤਰੀ ਵੀ ਮੁਆਵਜ਼ਾ ਲੈ ਗਏ ਨੇ, 2-2 ਵਾਰ ਲੈ ਗਏ ਨੇ, ਇਹੋ ਜਿਹੀ ਚਰਚਾ ਵੀ। ਬਿਲਕੁਲ ਸਬਸਿਡੀਆਂ ਨਹੀਂ ਛੱਡ ਰਹੇ, ਸਬਸਿਡੀਆਂ ਲੈ ਰਹੇ ਘਰ ਨੇ ਜਿਨ੍ਹਾਂ ਕੋਲੇ ਕਰੋੜਾਂ ਅਰਬਾਂ ਪਤੀ ਬੰਦੇ ਨੇ, ਤੇ ਫਿਰ ਵੀ ਉਹ
ਤੋ ਉਹ ਕਹਿੰਦੇ ਨੇ ਵੀ ਜਿਹੜਾ ਇਹ ਉਦਾਹਰਨ ਕੌਣ ਸੈੱਟ ਕਰੂਗਾ, ਐਗਜ਼ਾਮਪਲ ਕੌਣ ਬਣੂਗਾ, ਉਹ ਕਰਨੀ ਪਊ। ਪਹਿਲਾਂ ਉਹ ਰਾਜਨੀਤਿਕ ਪਾਰਟੀਆਂ ਨੂੰ, ਉਹਨਾਂ ਦੇ ਜਿਹੜੇ ਲੀਡਰ ਨੇ, ਉਹਨਾਂ ਨੂੰ ਸ਼ੁਰੂ ਕਰਨਾ ਪਊਗਾ ਵੀ ਅਸੀਂ ਛੱਡਣ ਨੂੰ ਤਿਆਰ ਹਾਂ। ਬਿਲਕੁਲ ਪੰਜਾਬ ਦੀ ਰਾਜਨੀਤੀ ਤਾਂ ਪੰਜਾਬੀਆਂ ਨੂੰ, ਮਤਲਬ ਹੁਣ ਤੱਕ ਦੀ ਅਸੀਂ ਨਿਚੋੜ ਕੱਢਦੇ ਹਾਂ, ਮਤਲਬ ਪੰਜਾਬੀਆਂ ਨੂੰ ਕੋਈ ਦਿਸ਼ਾ ਨਹੀਂ ਦੇ ਸਕੀ। ਪੰਜਾਬ ਦੀ ਰਾਜਨੀਤੀ ਐਗਰੀਕਲਚਰ ਸੈਕਟਰ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਯੂਥ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਐਗਰੀਕਲਚਰ ਦੇ ਵਿੱਚ ਸਾਡਾ ਯੂਥ ਨੂੰ ਕੋਈ ਡਾਇਰੈਕਸ਼ਨ ਨਹੀਂ ਮਿਲੀ, ਜਿਨ੍ਹਾਂ ਤੱਕ ਉਹਨੂੰ ਆਹ ਚੀਜ਼ਾਂ ਬਾਰੇ ਪਤਾ ਲੱਗੂ ਵੀ ਸਾਡੇ ਤਾਂ ਹੱਕ ਸੁਰੱਖਿਅਤ ਨੇ, ਇਸ ਤਰੀਕੇ ਨਾਲ ਹੋਣੇ ਚਾਹੀਦੇ, ਸਾਨੂੰ ਐ ਲੜਨਾ ਚਾਹੀਦਾ, ਮੰਗਣਾ ਚਾਹੀਦਾ ਇਹਨਾਂ ਤੋਂ ਵੀ ਭਾਈ ਜੇ ਤੁਸੀਂ MSP ਦੀ ਗੱਲ ਕਰਦੇ ਹੋ, ਘੱਟੋ ਘੱਟ ਸਾਡੀਆਂ ਫਸਲਾਂ ਸਮਰਥਨ ਮੁੱਲ ਤੇ ਖਰੀਦੀਆਂ ਜਾਣ, ਤੁਸੀਂ ਦਿਓ, ਅੱਧੇ ਤੁਸੀਂ ਪਾਓ, ਅੱਧੇ ਸੈਂਟਰ ਨੂੰ ਪਾਓ, ਹਨਾ। ਇੱਕ ਹੱਥ ਨਾਲ ਤਾੜੀ ਤਾਂ ਵੱਜਣੀ ਨਹੀਂ, ਦੋਵੇਂ ਤਾੜੀਆਂ ਚਲਾਉਣੀਆਂ ਪੈਣੀਆਂ। ਇੱਕ ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਹੈ ਜੀ, ਹੁਣ ਜਿਵੇਂ ਇਹ 3 ਕਾਨੂੰਨਾਂ ਦੀ ਗੱਲ ਹੋਈ ਆ, ਇਹਦੇ ਵਿੱਚ ਹੁਣ ਜਿਹੜੇ ਬਿਜਲੀ ਕਾਨੂੰਨ ਸਰਕਾਰ ਲੈ ਕੇ ਆ ਰਹੀ ਸੀ, ਬਿਜਲੀ ਸਬਸਿਡੀਆਂ ਦਾ ਮੁੱਦਾ ਹੈ, ਜਿਹਦੇ ਉੱਤੇ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਕਿ ਜਿਹੜੇ ਮੁਫਤ ਟਿਊਬਵੈੱਲ ਬਿਜਲੀ ਆ, ਹੋਰ ਆ ਸਾਡੇ ਕਨੈਕਸ਼ਨ ਨੇ, ਕਿਸਾਨਾਂ ਨੂੰ ਬਿਜਲੀ ਮੁਫਤ ਮਿਲਦੀ ਆ, ਪਾਣੀ, ਹਨਾ। ਇਹਦੇ ਬਿਜਲੀ ਐਕਟ ਵੀ ਰੱਦ ਹੋਊਗਾ ਕਿ ਇਹਦੇ ਉੱਤੇ ਸਰਕਾਰ ਹਜੇ ਪ੍ਰਣਾਲਾ ਉੱਥੇ ਦਾ ਉੱਥੇ ਹੈ? ਉਹ ਤਾਂ ਦੇਖੋ, ਇੱਕ ਵਾਰੀ ਤਾਂ ਆਰਡੀਨੈਂਸ ਉਹ ਲੈਪਸ ਹੋ ਹੀ ਗਿਆ ਸੀ ਪਿਛਲੇ ਦਸੰਬਰ ਦੇ ਵਿੱਚ, ਤੇ ਮੈਨੂੰ ਲੱਗਦਾ ਇੰਨੀ ਜਲਦੀ ਉਹ ਤੇ ਕੋਈ ਐਕਸ਼ਨ। ਉਹਦੇ ਚ ਇਹ ਵੀ ਦੇਖੋ, ਆਪਾਂ ਇਹ ਮੰਨਣਾ ਪਊਗਾ, ਹੁਣ ਜੇ ਪੰਜਾਬ ਕਹਿੰਦਾ ਵੀ ਅਸੀਂ ਤਾਂ ਕਿਸਾਨਾਂ ਨੂੰ ਚਾਰਜ ਕਰਨਾ ਹੀ ਨਹੀਂ, ਤੇ ਹਰ ਕਿਸਾਨ ਨੂੰ, ਤੁਸੀਂ ਆਪ ਹੀ ਕਹੇ, ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਹਰ ਇੱਕ ਨੂੰ ਫ੍ਰੀ ਦੇਣੀ ਹੈ, ਤੇ ਉਹਦੇ ਨਾਲ ਪਾਣੀ ਦਾ ਵੀ ਘਾਣ ਹੁੰਦਾ, ਉਹਦੇ ਨਾਲ ਸਰਕਾਰ ਤੇ ਬੋਝ ਪੈਂਦਾ ਹੈ, ਤੇ ਜਿੰਨਾ ਚਿਰ ਅਸੀਂ ਉਸ ਨੂੰ ਰੈਸ਼ਨਲਾਈਜ਼ ਨਹੀਂ ਕਰਦੇ, ਉਹਨੂੰ ਠੀਕ ਨਹੀਂ ਕਰਦੇ, ਜਿਹਨੂੰ ਜ਼ਰੂਰਤ ਹੈ ਉਹਨੂੰ ਦਿਓ, ਹਰ ਇੱਕ ਨੂੰ ਦੇਣ ਦੀ। ਇਹਦੇ ਚ ਇੱਕ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਜਦੋਂ ਤੁਸੀਂ ਕਹਿੰਦੇ ਫ੍ਰੀ ਬਿਜਲੀ ਦੇਣੀ ਅਸੀਂ ਪਾਣੀ ਕੱਢਣ ਲਈ, ਜਿੰਨਾ ਛੋਟੇ ਕਿਸਾਨਾਂ ਕੋਲੇ, ਵਿਚਾਰਾਂ ਕੋਲੇ ਕਨੈਕਸ਼ਨ ਹੀ ਨਹੀਂ ਹੈਗੇ ਬਿਜਲੀ ਦੇ, ਉਹ ਤਾਂ ਬਿਲਕੁਲ ਹੀ ਬਾਹਰ ਨੇ ਇਸ ਬੈਨੀਫਿਟ ਤੋਂ, ਇਸ ਲਾਭ ਤੋਂ। ਤੁਸੀਂ ਇਹ ਕਿਵੇਂ ਕਹਿ ਸਕਦੇ, ਜਿਹੜੇ ਕੋਈ 5-5 ਟਿਊਬਵੈੱਲ ਨੇ, ਸਾਰੇ 5 ਟਿਊਬਵੈੱਲ ਉਹਦੇ ਫ੍ਰੀ ਚੱਲਦੇ ਨੇ, ਕਿੱਲੇ ਤੇ ਲੋਕਾਂ ਨੇ ਟਿਊਬਵੈੱਲ ਲਾ ਰੱਖੇ ਨੇ, ਕਈ ਵੱਡਿਆਂ ਨੇ ਤਾਂ। ਤੇ ਇਹ ਚੀਜ਼ਾਂ ਨੂੰ ਬਿਲਕੁਲ ਸਾਨੂੰ, ਇਸ ਲਈ ਮੈਂ ਕਹਿੰਦਾ ਵੀ ਕਿਸੇ ਨਾ ਕਿਸੇ ਨੂੰ ਸਾਹਮਣੇ ਆ ਕੇ ਇਸ ਚੀਜ਼ ਦਾ ਸਾਹਮਣਾ ਕਰਨਾ ਪਊ ਕਿ ਬਈ ਇਹ ਨਹੀਂ ਚੱਲੂਗਾ, ਹੁਣ ਬਹੁਤ ਹੋ ਗਿਆ। ਕਿਉਂਕਿ ਇੱਕ ਹੋਰ ਪੰਜਾਬ ਨੇ ਸਕੀਮ ਕੀਤੀ ਵਰਲਡ ਬੈਂਕ ਦੀ ਮਦਦ ਨਾਲ, ਤੁਹਾਨੂੰ ਪਤਾ ਹੋਊਗਾ ਸ਼ਾਇਦ, ਇਹ ਬਿਜਲੀ ਵਾਲੀ। ਉਹਨਾਂ ਨੇ ਕਿਹਾ ਪਾਣੀ ਬਚਾਓ ਪੈਸਾ ਪਾਓ। ਉਹਨਾਂ ਨੇ ਕਿਹਾ ਜੇ ਤੁਸੀਂ ਘੱਟ ਚਲਾਓਗੇ ਤਾਂ ਤੁਸੀਂ ਜਿਹੜਾ ਪੈਸਾ ਆਪਣੇ ਬਿੱਲ ਦਾ ਬਚਾਓਗੇ, ਉਹ ਤੁਸੀਂ ਕੈਸ਼ ਦੇ ਦਾਂਗੇ ਤੁਹਾਨੂੰ। ਤੇ ਇਹਦੇ ਨਾਲ ਕੀ ਫਾਇਦਾ ਹੋਇਆ? ਤੁਸੀਂ ਉਹਨਾਂ, ਠੀਕ ਹੈ ਤੁਸੀਂ ਪੈਸਾ ਦੇ ਰਹੇ ਹੋ, ਪਰ ਜਿਹੜਾ ਉਹ ਕਿਸਾਨ ਹੈ ਉਹ ਪਾਣੀ ਦਾ ਤਾਂ ਘਾਣ ਹੋ ਹੀ ਰਿਹਾ ਹੈ। ਤੋ ਇਹ ਚੀਜ਼ਾਂ ਜਿਹੜੀਆਂ ਨੇ, ਮੈਂ ਕਹਿੰਦਾ ਪੈਚ ਵਰਕ ਕੰਮ ਹੈ ਇਹ ਕੰਮ ਨਹੀਂ ਚੱਲਣਾ। ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਥੋਂ ਪੈਸੇ ਪੂਰੇ ਬਿਜਲੀ ਦੇ ਲਓ, ਪਰ ਸਾਡੀ ਬਿਜਲੀ ਦੀ ਲਾਗਤ ਨੂੰ MSP ਦੇ ਵਿੱਚ, ਕਾਸਟ ਦੇ ਵਿੱਚ ਐਡ ਕਰੋ, ਤੇ ਸਾਨੂੰ ਉਸ ਤਰ੍ਹਾਂ ਦੀ ਬਣਦੀ ਹੈ। ਵੈਸੇ ਸਾਨੂੰ ਇਹ ਜਾਗਰੂਕ ਕਰਨਾ ਪੈਣਾ, ਲੋਕਾਂ ਨੂੰ ਦੱਸਣਾ ਪੈਣਾ ਹੈ। ਜਿਹੜੀਆਂ ਸਰਕਾਰਾਂ ਅੱਖਾਂ ਤੇ ਪੱਟੀ ਬੰਨ੍ਹਦੀਆਂ ਨੇ ਕਿਸਾਨਾਂ ਦੇ, ਉਹ ਦਿਖਾਉਣੇ ਨਹੀਂ ਚਾਹੁੰਦੀਆਂ ਉਹ ਚੀਜ਼ਾਂ ਵੀ ਅਸੀਂ ਤੁਹਾਡੇ ਲਈ ਕੀ ਕਰਨਾ ਹੈ। ਉਹ ਕਹਿੰਦੇ ਵੀ ਤੁਸੀਂ ਲੜਨਾ, ਉਧਰ ਨੂੰ ਦਿਸ਼ਾ ਕਲੀਅਰ ਕਰ ਲਓ। ਚਲੋ ਕੇਂਦਰ ਨਾਲ ਤਾਂ ਅਸੀਂ ਲੜ ਲਿਆ, ਸਾਲ ਭਰ ਸਾਡਾ 11-12 ਮਹੀਨੇ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ, ਕੜਾਕੇ ਦੀ ਠੰਡ ਹੋਵੇ ਚਾਹੇ ਅੱਤ ਦੀ ਗਰਮੀ ਹੋਵੇ, ਅਸੀਂ ਝੱਲੀ। ਸਾਡੇ ਪਿੰਡਾਂ ਦੇ ਸਾਡੇ ਬਜ਼ੁਰਗ ਉੱਥੇ ਬੈਠੇ ਰਹੇ, ਜਦੋਂ ਕਿ ਸਾਡਾ ਯੂਥ ਵੀ ਆਪਣਾ ਸਾਰਾ ਕੰਮਕਾਰ ਛੱਡ ਕੇ, ਪੜ੍ਹਾਈਆਂ ਛੱਡ ਕੇ ਉੱਥੇ ਲੱਗਿਆ ਰਿਹਾ। ਬੜੇ ਮੁੰਡੇ ਸਾਡੇ ਸ਼ਹੀਦ ਹੋ ਗਏ, ਨੌਜਵਾਨ। ਲਖਮੀਰਪੁਰ ਦੀ ਘਟਨਾ ਝੱਲੀ ਅਸੀਂ, ਸਾਡੇ ਉੱਤੇ ਟਰੈਕਟਰ ਚੜਾਉਣ ਦੀਆਂ ਗੱਲਾਂ ਹੋਈਆਂ, ਸਾਡੇ ਉੱਤੇ ਇੱਥੇ ਸਿਰ ਪਾੜਨ ਦੀ ਗੱਲ ਹੋ ਗਈ। ਅਸੀਂ ਹਰ ਦੁੱਖ ਝੱਲਿਆ ਪੰਜਾਬ ਨੇ। ਪਰ ਪੰਜਾਬ ਨੂੰ ਹੁਣ ਆਪਣੇ ਪੈਰਾਂ ਤੇ ਖੜਾ ਹੋਣ ਦੇ ਲਈ ਆਪਣੇ ਸੂਬੇ ਦੀ ਸਰਕਾਰ ਦੇ ਨਾਲ ਟੱਕਰਾ ਵੀ ਲੈਣਾ ਪਊਗਾ। ਉਹ ਸਰਕਾਰ ਤੋਂ ਆਪਣੇ ਹੱਕ ਲੈਣੇ ਪੈਣਗੇ ਪੰਜਾਬ ਦੇ ਕਿਸਾਨਾਂ ਨੂੰ। ਤੇ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜੇ, ਤੁਸੀਂ ਬੜੀ ਚੰਗੀ ਜਾਣਕਾਰੀ ਦਿੱਤੀ। ਹੌਲੀ-ਹੌਲੀ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀਆਂ ਪੰਜਾਬ ਪੱਖੀ ਸਕੀਮਾਂ ਨੇ, ਤੁਸੀਂ ਉਹਦੇ ਵਿੱਚ ਡੂੰਘਾਈ ਤੇ ਰਿਸਰਚ ਕਰਦੇ ਰਹੇ ਹੋ, ਤੁਹਾਡਾ ਖੇਤੀ ਦੇ ਵਿੱਚ ਤੁਹਾਡਾ ਕਾਫੀ ਜ਼ਿਆਦਾ ਤਜਰਬਾ ਹੈ ਤੇ ਤੁਸੀਂ ਦੇਖਦੇ ਹੋ, ਤੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ। ਤੁਸੀਂ ਸਾਨੂੰ ਜ਼ਰੂਰ ਸਾਡੇ ਸਟੂਡੀਓ ਦੇ ਵਿੱਚ ਆ ਕੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਿਹਾ ਕਰੋ। ਤੁਹਾਡਾ ਬਹੁਤ ਧੰਨਵਾਦ ਜੀ, ਥੈਂਕ ਯੂ, ਤੁਸੀਂ ਸਾਡੇ ਸਟੂਡੀਓ ਦੇ ਵਿੱਚ। ਧੰਨਵਾਦ ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਨਿਰਮਲ। ਤੇ ਇਹ ਸਨ ਡਾਕਟਰ ਸੁਖਪਾਲ ਸਿੰਘ ਜੀ, ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਇੰਸਟੀਚਿਊਟ IIM ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਪੜ੍ਹਾਉਂਦੇ ਨੇ, ਪ੍ਰੋਫੈਸਰ ਨੇ, ਐਗਰੀਕਲਚਰ ਦੇ ਐਕਸਪਰਟ ਨੇ, ਦੇਸ਼ ਦੇ ਖੇਤੀਬਾੜੀ ਢਾਂਚੇ ਨੂੰ ਸਮਝਦੇ ਨੇ, ਰਿਸਰਚ ਕਰਦੇ ਨੇ। ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਛੋਟੇ ਕਿਸਾਨਾਂ ਦੇ ਉੱਤੇ, ਉਹਨਾਂ ਦੀ ਵੱਡੀ ਰਿਸਰਚ ਹੈ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ, ਕਿਹੜੀਆਂ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਵੱਧ ਲਾਭ ਮਿਲ ਸਕਦਾ ਹੈ। ਤੇ ਉਹਨਾਂ ਨੇ ਬੜਾ ਚਾਨਣਾ ਪਾਇਆ, ਬੜੀ ਚੁਣੌਤੀ ਉਹਨਾਂ ਨੇ ਦੱਸੀ ਹੈ ਕਿ ਪੰਜਾਬ ਸਾਹਮਣੇ, ਸਾਡੇ ਸਾਹਮਣੇ ਹੁਣ ਵੱਡੀ ਚੁਣੌਤੀ ਹੈ। ਸਾਨੂੰ ਆਪਣਿਆਂ ਤੋਂ ਹੱਕ ਮੰਗਣੇ ਪੈਣਗੇ, ਸਾਨੂੰ ਪੰਜਾਬ ਸਰਕਾਰ ਤੋਂ ਆਪਣੇ ਹੱਕ ਲੈਣੇ ਪੈਣਗੇ, ਜਾਗਰੂਕ ਹੋ ਕੇ ਅੱਗੇ ਵਧਣਾ ਪਊਗਾ, ਤੇ ਸਾਨੂੰ ਪੰਜਾਬ ਨੂੰ ਆਪਣੇ ਪੈਰਾਂ ਦੇ ਸਿਰ
ਆਪਣੇ ਪੈਰਾਂ ਦੇ ਉੱਤੇ ਆਪ ਖੜਾ ਕਰਨਾ ਪਊਗਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।